ਨਿਤਨੇਮ ਜਪ ਨਾਮ ਬਿਨ ਬਹੁਤ ਅਧੂਰਾ ਜੀਵ। ਗੁਰ ਚਰਨਾਂ ਵਿੱਚ ਬੈਠ ਕੇ ਬਾਣੀ ਅੰਮ੍ਰਿਤ ਪੀਵ। ਸਤਿਗੁਰ ਦੀ ਬਾਣੀ ਤੋਂ ਜੀ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ। ਜਪੋ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ। ਹਾਂ, ਜੀਵਨ ਦੀਆਂ ਸਿੱਖ ਲੈ ਜਾਚਾਂ। 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 ਜਪੋ ਜੀਵਨ ਦੀਆਂ ਸਿੱਖ ਲੈ ਜਾਚਾਂ। ਵਾਹ। ਜੀਵਨ ਦੀਆਂ ਸਿੱਖ ਲੈ ਜਾਚਾਂ। 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 ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ। ਸਤਿਗੁਰ ਦੀ ਬਾਣੀ ਤੋਂ ਜੀਵਨ
ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ जो बोले सो निर्भय भगवान वाल्मीकि महाराज की जय। सतगुरां दी साजी नवाजी साध संगत जीओ, अज आपां सारे बड़े वड्डियां भागां वाले हां जो सतगुरां दे चरनां विच आपां नूं सारिआं नूं बैठण दा सुभाग मिलिआ। ਆਪਾਂ ਸਾਰੇ ਹੀ ਰਲ ਮਿਲ ਕੇ ਧਾਰਨਾ ਪੜ੍ਹ ਰਹੇ ਸੀ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ। ਸਿੱਖ ਲੈ ਜਾਚਾਂ। ਜਾਚ ਕਹਿੰਦੇ ਆ ਤਰੀਕੇ ਨੂੰ, ਆਪਾਂ ਦੁਆਬੇ ਵਿੱਚ ਤਰੀਕਾ ਕਹਿੰਦੇ ਤੇ ਮਾਝੇ ਦੀ ਬੋਲੀ ਵਿੱਚ ਕਹਿੰਦੇ ਜਾਚ। ਆਪਾਂ ਕਹਿਣਾ ਵੀ ਆਹ ਤਰੀਕਾ ਇਸ ਕੰਮ ਦਾ ਸਿੱਖ ਲਾ, ਤੇ ਜਿਹੜੀ ਮਾਝੇ ਵੱਲ ਸੰਗਤ ਆ ਉਹ ਕਹਿੰਦੇ ਵੀ ਇਸ ਕੰਮ ਦੀ ਜਾਚ ਸਿੱਖ ਲਾ। ਤੇ ਜੀਵਨ ਜੀਣ ਦੀ ਜਾਚ ਕਿੱਥੋਂ ਆਉਣੀ ਆ? ਸਤਿਗੁਰਾਂ ਦੀ ਬਾਣੀ ਵਿੱਚੋਂ। ਸਤਿਗੁਰੂ ਭਗਵਾਨ ਵਾਲਮੀਕ ਮਹਾਰਾਜ ਜੀ, ਉਹਨਾਂ ਦੀ ਬਾਣੀ ਸਾਨੂੰ ਜੀਣਾ ਸਿਖਾਉਂਦੀ ਪਿਆਰਿਓ। ਅਸੀਂ ਜੀਣਾ ਕਿੱਦਾਂ? ਹੁਣ ਜੀ ਤੇ ਆਪਾਂ ਸਾਰੇ ਹੀ ਰਹੇ ਆ, ਸਹੀ ਤਰੀਕਾ ਕੀ ਆ? ਭਗਵਾਨ ਵਾਲਮੀਕ ਮਹਾਰਾਜ ਜੀ ਕਹਿੰਦੇ ਤੂੰ ਬਾਣੀ ਪੜ੍ਹ, ਤੈਨੂੰ ਤਰੀਕਾ ਸਾਰਾ ਹੀ ਪਤਾ ਲੱਗ ਜਾਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਰਾ ਤਰੀਕਾ ਲੱਗ ਜਾਣਾ। ਅੱਜ ਆਪਣੇ ਇੰਨੇ ਵੱਡੇ ਭਾਗ ਆ ਕਿ ਸਤਿਗੁਰੂ ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਜੀ, ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ, ਉਸ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਸਾਰੇ ਇੱਥੇ ਇਕੱਠੇ ਹੋਏ ਆ। ਉਹਨਾਂ ਦੀ ਮਹਿਮਾ ਐਸੀ ਪਿਆਰਿਓ, ਉਹਨਾਂ ਦੀ ਕੁਰਬਾਨੀ ਐਸੀ ਕਿ ਜੇ ਆਪਾਂ ਚਾਹੀਏ ਕਿ ਆਹ ਜਿਹੜੀ ਜੀਭ ਆ ਆਪਣੀ ਉਹਨਾਂ ਦੀ ਮਹਿਮਾ ਕਰ ਸਕੇ ਤੇ ਸਮਰੱਥ ਨਹੀਂ। ਇੱਕ ਜੀਭ ਤਾਂ ਕੀ ਭਾਵੇਂ ਲੱਖਾਂ ਜੀਭਾਂ ਆਪਾਂ ਨੂੰ ਮਿਲ ਜਾਣ, ਤੇ ਜੇ ਕਹੀਏ ਕਿ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਦੀ ਵਡਿਆਈ ਕਰ ਕਰਕੇ ਉਹਨਾਂ ਦਾ ਅੰਤ ਲੈ ਲਈਏ, ਲੱਖਾਂ ਜੀਭਾਂ ਵੀ ਅੰਤ ਨਹੀਂ ਲੈ ਸਕਦੀਆਂ। ਹਾਂ, ਇੱਕ ਜ਼ਰੂਰ ਆ, ਉਹਨਾਂ ਦੀ ਵਡਿਆਈ ਕਰ ਕਰਕੇ ਉਹਨਾਂ ਦੇ ਵਿੱਚ ਸਮਾ ਜ਼ਰੂਰ ਸਕਦੇ ਆ, ਉਹਨਾਂ ਦੇ ਵਿੱਚ ਲੀਨ ਜ਼ਰੂਰ ਹੋ ਸਕਦੇ ਆ। ਤੇ ਜੇ ਅੰਤ ਲੈਣ ਨੂੰ ਤੁਰ ਪਏ, ਲੱਖਾਂ ਕੀ ਕਰੋੜਾਂ ਜੀਭਾਂ ਮਿਲ ਜਾਣ, ਉਹਨਾਂ ਦਾ ਅੰਤ ਇੱਕ ਕਿਣਕਾ ਮਾਤਰ ਵੀ ਨਹੀਂ ਲੈ ਸਕਦੇ ਅਸੀਂ। ਜੀਵਾ ਇੱਕ ਤੇ ਜੀਵਾ ਇੱਕ ਤੇ ਅਨੇਕਾਂ ਗੁਣ ਤੇਰੇ, ਮੈਂ ਕਿਹੜੇ ਕਿਹੜੇ ਗਾਵਾਂ ਮਾਲਕਾ।
ਗੁਣ ਤੇਰੇ, ਮੈਂ ਕਿਹੜੇ ਕਿਹੜੇ ਗਾਵਾਂ ਮਾਲਕਾ, ਜੀਵਾ ਇੱਕ ਤੇ ਅਨੇਕਾਂ ਗੁਣ ਤੇਰੇ, ਕਿਹੜੇ ਕਿਹੜੇ ਗਾਵਾਂ ਮਾਲਕਾ। ਜੀਵਾ ਇੱਕ ਤੇ ਅਨੇਕਾਂ ਗੁਣ ਤੇਰੇ, ਮੈਂ ਕਿਹੜੇ ਕਿਹੜੇ ਗਾਵਾਂ ਮਾਲਕਾ। ਜੀਵਾ ਇੱਕ ਤੇ ਅਨੇਕਾਂ ਗੁਣ ਤੇਰੇ, ਮੈਂ ਕਿਹੜੇ ਕਿਹੜੇ ਗਾਵਾਂ ਮਾਲਕਾ। ਜੀਵਾ ਇੱਕ ਤੇ ਅਨੇਕਾਂ ਗੁਣ ਤੇਰੇ, ਮੈਂ ਕਿਹੜੇ ਕਿਹੜੇ ਗਾਵਾਂ ਮਾਲਕਾ। ਜੀਵਾ ਇੱਕ ਤੇ ਅਨੇਕਾਂ ਗੁਣ ਤੇਰੇ, ਮੈਂ ਕਿਹੜੇ ਕਿਹੜੇ ਗਾਵਾਂ ਮਾਲਕਾ। ਜੀਵਾ ਇੱਕ ਆ ਤੇ ਸਤਿਗੁਰੂ ਧੰਨ ਸ਼੍ਰੀ ਗੁਰੂ ਗਿਆਨਨਾਥ ਮਹਾਰਾਜ ਜੀ ਤੇਰੇ ਗੁਣ ਬਹੁਤੇ ਆ। ਅੰਤ ਕਿੱਦਾਂ ਲੈ ਸਕਦਾ, ਅੰਤ ਦਾ ਤੇ ਸੋਚ ਵੀ ਨਹੀਂ ਸਕਦਾ। ਹਾਂ, ਤੁਹਾਡੀ ਵਡਿਆਈ ਕਰ ਕਰਕੇ ਤੁਹਾਡੇ ਵਿੱਚ ਸਮਾ ਸਕਦੇ ਆ, ਕਿਉਂਕਿ ਜਦੋਂ ਵਡਿਆਈ ਸ਼ੁਰੂ ਹੋ ਗਈ ਤੁਹਾਡੇ ਨਾਲ ਸੰਬੰਧ ਜੁੜ ਗਿਆ, ਪ੍ਰੇਮ ਪੈ ਗਿਆ, ਤੇ ਘੁੱਟ ਕੇ ਜੱਫੀ ਤੁਸੀਂ ਆਪ ਹੀ ਪਾਲਣੀ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। 21 ਹਾੜ ਦੇਸੀ ਮਹੀਨਾ ਤੇ ਈਸਵੀ ਸਨ 1857, ਜਦੋਂ ਸਤਿਗੁਰੂ ਧੰਨ ਸ਼੍ਰੀ ਗੁਰੂ ਗਿਆਨਨਾਥ ਮਹਾਰਾਜ ਜੀ ਨੇ ਸਰਦਾਰ ਹਾਕਮ ਸਿੰਘ ਤੇ ਮਾਤਾ ਰਾਜ ਰਾਣੀ, ਜਿਨ੍ਹਾਂ ਦੇ ਘਰ ਵਿੱਚ ਪ੍ਰਕਾਸ਼ ਸਤਿਗੁਰਾਂ ਨੇ ਧਾਰਿਆ, ਤੇ ਇੱਕ ਚੇਤੇ ਰੱਖਿਓ ਸਦਾ ਹੀ ਵਹੀ ਗੱਲ, ਕੋਈ ਵੀ ਅਵਤਾਰ ਜਦੋਂ ਆਉਂਦਾ ਤੇ ਸਭ ਤੋਂ ਪਹਿਲਾਂ ਵੱਡੇ ਭਾਗ ਮਾਤਾ ਪਿਤਾ ਦੇ ਹੁੰਦੇ ਆ, ਸਭ ਤੋਂ ਪਹਿਲਾਂ। ਤੇ ਦੂਜੀ ਗੱਲ ਵੀ ਨੋਟ ਕਰ ਲਿਓ, ਮਾਤਾ ਪਿਤਾ ਦੀ ਵੀ ਪਤਾ ਹੀ ਨਹੀਂ ਕਿੰਨੀ ਕੁ ਕਮਾਈ ਤੇ ਕਿੰਨੀਆਂ ਕੁ ਅਰਦਾਸਾਂ ਹੁੰਦੀਆਂ ਜਦੋਂ ਸਤਿਗੁਰੂ ਆਉਂਦੇ ਆ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਜਦੋਂ ਸਤਿਗੁਰੂ ਆਉਂਦੇ ਪਤਾ ਹੀ ਨਹੀਂ ਕਿੰਨੀਆਂ ਕੁ ਅਰਦਾਸਾਂ ਹੁੰਦੀਆਂ। ਹੁਣ ਮੇਰੇ ਵਰਗੇ ਨੇ ਆਉਣਾ, ਲਿਸਟ ਬਣਾ ਕੇ ਖੜਾ ਹੋ ਜਾਣਾ, ਜੀ ਆ ਵੀ ਚਾਹੀਦਾ, ਆ ਵੀ ਚਾਹੀਦਾ, ਆ ਵੀ ਚਾਹੀਦਾ। ਸਤਿਗੁਰੂ ਧੰਨ ਸ਼੍ਰੀ ਗੁਰੂ ਗਿਆਨਨਾਥ ਮਹਾਰਾਜ ਜੀ ਦੇ ਮਾਤਾ ਪਿਤਾ ਦੀ ਮੰਗਾਂ ਜ਼ਿਆਦੀਆਂ ਨਹੀਂ ਸੀ, ਇੱਕ ਹੀ ਮੰਗ ਸੀ। ਪਤਾ ਕਿਹੜੀ ਸੀ? ਆਪਣੀ ਗੋਦੀ ਦੇ ਵਿੱਚ ਰੱਬ ਨੂੰ ਖਿਡਾਉਣਾ ਚਾਹੁੰਦੇ ਆ। ਮੇਰੀ ਗੋਦੀ ਦੇ ਵਿੱਚ ਰੱਬ ਖੇਡੇ, ਲੈ ਆ ਮੰਗ ਸੀ। ਤੇ ਚੇਤੇ ਰੱਖਿਓ, ਜਿਹਨੇ ਇਹ ਰੱਬ ਨੂੰ ਮੰਗ ਲਿਆ, ਭਗਵਾਨ ਵਾਲਮੀਕ ਮਹਾਰਾਜ ਜੀ ਨੂੰ ਮੰਗ ਲਿਆ, ਉਹਨੂੰ ਸਭ ਕੁਝ ਹੀ ਮਿਲ ਗਿਆ, ਪਿੱਛੇ ਰਹਿੰਦਾ ਹੀ ਕੱਖ ਨਹੀਂ। ਜਦੋਂ ਦਾਤਾਂ ਦੇਣ ਵਾਲਾ ਮਾਲਕ ਆ ਗਿਆ ਤੇ ਪਿੱਛੇ ਕੀ ਰਹਿ ਗਿਆ? ਜੇ ਤੋਂ ਦਾਤਾਂ ਮੰਗਦੇ ਸੀ ਉਹ ਦਾਤੇ ਨੂੰ ਹੀ ਮੰਗ ਲਿਆ ਤੇ ਪਿੱਛੇ ਤੇ ਕੁਝ ਰਹਿ ਹੀ ਨਹੀਂ ਗਿਆ। ਤੇ ਜਿਹੜੇ ਹੁਣ ਨਿਗਾਹ ਵਾਲੇ ਸੀ, ਨਿਗਾਹ ਵਾਲੇ ਸਮਝਦੇ, ਜਿਨ੍ਹਾਂ ਨੂੰ ਅਧਿਆਤਮਕ ਰਾਹ ਦਾ ਗਿਆਨ ਸੀ, ਤੇ ਸਤਿਗੁਰਾਂ ਦੇ ਐਸੇ ਜਿਹੜੇ ਪਿਆਰਿਆਂ ਨੇ ਆ ਕੇ ਦਰਸ਼ਨ ਕੀਤੇ, ਵਧਾਈਆਂ ਤੇ ਬਾਕੀਆਂ ਵਾਂਗੂ ਦਿੰਦੇ ਹੀ ਆ, ਤੇ ਨਾਲ ਹੀ ਕਹਿ ਦਿੰਦੇ, ਕਹਿੰਦੇ ਕੋਈ ਆਮ ਨਹੀਂ, ਇਹ ਤੇ ਦੁਨੀਆ ਨੂੰ, ਆਪਣੇ ਸਮਾਜ ਨੂੰ ਤਾਰਨ ਵਾਸਤੇ ਆਏ ਆ। ਰੱਬ ਐਸਾ ਉਹ ਡੁੱਬਦੇ ਪੱਥਰ ਨੂੰ ਤਾਰ ਸਕਦਾ। ਤੁਹਾਡੇ ਘਰ ਵੀ ਉਹੀ ਰੱਬ ਆ ਗਿਆ ਜਿਨ੍ਹਾਂ ਦੇ ਮਨ ਪੱਥਰ ਵਰਗੇ ਕਠੋਰ ਹੋ ਗਏ ਆ। ਕਠੋਰ ਪਾਪੀਆਂ ਨੂੰ ਵੀ ਤਾਰਨ ਵਿੱਚ ਸਮਰੱਥਾ ਰੱਖਦੇ ਸਤਿਗੁਰੂ ਗਿਆਨਨਾਥ ਮਹਾਰਾਜ ਜੀ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਇਸ ਕਰਕੇ ਆਓ ਪਿਆਰਿਓ, ਆਪਾਂ ਵੀ ਸਾਰੇ ਰਲ ਮਿਲ ਕੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਸਤਿਗੁਰੂ ਧੰਨ ਸ਼੍ਰੀ ਗੁਰੂ ਗਿਆਨਨਾਥ ਮਹਾਰਾਜ ਜੀ ਸਾਡੇ ਸਾਰਿਆਂ ਤੇ ਮਿਹਰ ਕਰੀ। ਜਿੱਦਾਂ ਪੱਥਰਾਂ ਨੂੰ ਤਾਰ ਦਿੰਨੇ ਆ, ਸਾਡੇ ਮਨ ਵੀ ਪੱਥਰ ਹੀ ਬਣੇ ਆ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ, ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ, ਸਾਡਾ ਵੀ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ, ਸਾਡਾ ਵੀ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ, ਸਾਡਾ ਵੀ ਬੇੜਾ ਪਾਰ ਕਰੀ।
ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਵੀ ਮੇਰਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਵੀ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਵੀ ਬੇੜਾ ਪਾਰ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਜੀ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਵੀ ਬੇੜਾ ਪਾਰ ਕਰੀ। ਸਾਡਾ ਬੇੜਾ ਕੀ ਪਾਰ ਕਰੀ ਜੀ। ਸਾਡਾ ਬੇੜਾ ਜੀ ਹਾਂ ਪਾਰ ਕਰੀ। ਸਾਡਾ ਬੇੜਾ ਜੀ ਹਾਂ ਪਾਰ ਕਰੀ। ਹਾਂ ਸਾਡਾ ਬੇੜਾ ਜੀ ਪਾਰ ਕਰੀ। ਸਾਡਾ ਬੇੜਾ ਜੀ ਪਾਰ ਕਰੀ। ਸਾਡਾ ਬੇੜਾ ਜੀ ਪਾਰ ਕਰੀ। ਹਾਂ ਸਾਡਾ ਬੇੜਾ ਜੀ ਹੋ ਪਾਰ ਕਰੀ। ਸਾਡਾ ਬੇੜਾ ਜੀ ਹਾਂ ਪਾਰ ਕਰੀ। ਸਾਡਾ ਬੇੜਾ ਜੀ 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 ਪਾਰ ਕਰੀ। ਜੀ ਡੁੱਬਦੇ ਪੱਥਰਾਂ ਨੂੰ ਤਾਰਨ ਹਾਂ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਜੀ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਹੁਣ ਸੁਣਿਓ ਧਿਆਨ ਨਾਲ। ਸਤਿਗੁਰੂ ਜੀ ਦਾ ਪਿੰਡ ਮਾਨਾਵਾਲੀ, ਉਸ ਸਮੇਂ ਜ਼ਿਲ੍ਹਾ ਸ਼ੇਖੂਪੁਰਾ ਤੇ ਹੁਣ ਅੰਮ੍ਰਿਤਸਰ। ਸਤਿਗੁਰਾਂ ਨੇ ਬਾਲ ਲੀਲਾ ਐਸੀ ਰਚੀ ਕਿ ਦੇਖਣ ਵਾਲੇ ਦੰਗ ਰਹਿ ਗਏ। ਹੁਣ ਆਪਾਂ ਇੱਕ ਆਮ ਕਹਾਵਤ ਕਹੀ ਦੀ ਨਾ, ਦੀਵੇ ਥੱਲੇ ਹਨੇਰਾ ਕਹੀਦਾ ਨਹੀਂ। ਦੀਵਾ ਜਗਦਾ ਵੀ ਆ ਤੇ ਉਹਦੇ ਥੱਲੇ ਹਨੇਰਾ ਹੀ ਹੁੰਦਾ। ਪਰ ਸਤਿਗੁਰੂ ਗਿਆਨਨਾਥ ਐਸੇ ਸੀ, ਦੀਵੇ ਥੱਲੇ ਹਨੇਰਾ ਦੀ ਉਦਾਹਰਨ ਆਪਾਂ ਉਦੋਂ ਸਾਂਝੀ ਕਰੀਦੀ ਆ ਕਿ ਜਿਹੜੇ ਘਰ ਦੇ ਉਹ ਸਮਝ ਨਹੀਂ ਸਕਦੇ। ਪਰ ਸਤਿਗੁਰਾਂ ਦੇ ਜਿਹੜੇ ਭੈਣ ਸੀ ਨਾ, ਭੈਣ ਜੀਵਾ ਜੀ, ਉਹਨਾਂ ਨੇ ਸਮਝਿਆ। ਤੇ ਕੱਲੇ ਉਹਨਾਂ ਨੇ ਨਹੀਂ, ਜਿਹੜੇ ਵੀਰ ਸੀ ਭਗਤ ਗੌਰਾ ਨਾਥ ਜੀ, ਸਮਝਿਆ ਉਹਨਾਂ ਨੇ ਵੀ ਉਹ ਤਬਲਾ ਵਾਦਕ ਸੀ। ਤੇ ਸਤਿਗੁਰੂ ਜੀ ਇੱਕ ਤਾਰੇ ਦੇ ਨਾਲ ਕੀਰਤਨ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਜਸ ਕਰਦੇ ਹੁੰਦੇ ਸੀ।
ਹੁਣ ਸਮਝਣ ਕਿੱਦਾਂ ਨਾ, ਵੀ ਕੌਤਕ ਹੀ ਐਸੇ ਦੇਖੇ, ਪਤਾ ਲੱਗ ਗਿਆ ਕਿ ਮੇਰੇ ਭਰਾ ਦੇ ਰੂਪ ਦੇ ਵਿੱਚ ਰੱਬ ਆਇਆ ਹੋਇਆ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਮੇਰੇ ਭਰਾ ਦੇ ਰੂਪ ਦੇ ਵਿੱਚ ਰੱਬ ਆਇਆ, ਸਮਝਣਾ ਪਿਆ। ਭਗਤ ਗੌਰਾ ਨਾਥ ਜੀ ਨੇ ਜਦੋਂ ਤਬਲਾ ਵਜਾਉਣਾ ਤੇ ਸਤਿਗੁਰਾਂ ਨੇ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਕੀਰਤੀ ਕਰਨੀ, ਤੇ ਕਈ ਵਾਰੀ ਐਸਾ ਧਿਆਨ ਜੁੜਨਾ ਭਗਤ ਗੌਰਾ ਨਾਥ ਜੀ ਦਾ, ਤਬਲਾ ਵਜਾਉਂਦਿਆਂ ਨੇ ਵਿੱਚੇ ਰੋਕ ਦੇਣਾ, ਤੇ ਸਤਿਗੁਰਾਂ ਨੇ ਪੁੱਛਣਾ, ਪਿਆਰਿਆ ਤਬਲਾ ਕਿਉਂ ਰੋਕ ਦਿੱਤਾ? ਕਹਿੰਦੇ ਜੀ ਤੁਹਾਡੇ ਵੱਲ ਤਾਰ ਐਸੀ ਜੁੜ ਗਈ ਸੀ, ਇਹਦਾ ਚੇਤਾ ਹੀ ਨਹੀਂ ਰਿਹਾ ਵਜਾਉਣ ਦਾ। ਆਖੋ ਸਤਿ ਸ਼੍ਰੀ ਵਾਹਿਗੁਰੂ। ਤਾਰ ਤੁਹਾਡੇ ਵੱਲ ਜੁੜ ਗਈ, ਇਧਰਲੀ ਟੁੱਟ ਗਈ ਤਾਰ। ਇੱਕ ਸਦਾ ਚੇਤੇ ਰੱਖਿਓ ਗੱਲ, ਜਦੋਂ ਨਿਰੰਕਾਰ ਦੇ ਨਾਲ ਤਾਰ ਜੁੜਦੀ ਆ ਤੇ ਸੰਸਾਰ ਵੱਲੋਂ ਟੁੱਟ ਜਾਂਦੀ ਆ। ਇਹ ਨਹੀਂ ਕਿ ਆਪਾਂ ਆਪਣੇ ਧੀਆਂ ਪੁੱਤਰਾਂ ਨਾਲ ਪਿਆਰ ਘਟ ਜਾਂਦਾ, ਨਹੀਂ, ਡਿਊਟੀਆਂ ਸਾਰੀਆਂ ਨਿਭਾਈ ਦੀਆਂ, ਪਰ ਅੰਦਰੋਂ ਨਿਰੰਕਾਰ ਦੇ ਨਾਲ ਜੁੜ ਜਾਈਦਾ ਭਗਵਾਨ ਵਾਲਮੀਕ ਮਹਾਰਾਜ ਜੀ ਨਾਲ। ਜਦੋਂ ਰੱਬ ਨਾਲ ਜੁੜ ਗਏ, ਜੱਗ ਵੱਲੋਂ ਤਾਰ ਟੁੱਟਣੀ ਸ਼ੁਰੂ ਹੋ ਜਾਂਦੀ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਟੁੱਟੀ ਜਾਣੀ ਪ੍ਰੀਤ, ਝੂਠੀਆਂ ਪ੍ਰੀਤਾਂ ਸਾਰੀਆਂ ਖਤਮ, ਸੱਚੀਆਂ ਰਹਿ ਜਾਂਦੀਆਂ, ਪੱਕੀਆਂ ਰਹਿ ਜਾਂਦੀਆਂ। ਸਤਿਗੁਰਾਂ ਦੇ ਬਾਲਪਨ ਦੇ ਕੌਤਕ, ਤੇ ਜਦੋਂ ਸਤਿਗੁਰਾਂ ਦੀ 30-31 ਸਾਲ ਦੇ ਲਗਭਗ ਉਮਰ ਹੋਈ ਦੁਨਿਆਵੀ, ਕਿਉਂਕਿ ਜਿਹੜੇ ਸਤਿਗੁਰੂ ਹੁੰਦੇ ਆ ਨਾ, ਉਹ ਤੇ ਜਦੋਂ ਪ੍ਰਕਾਸ਼ ਧਾਰਦੇ ਉਦੋਂ ਹੀ ਵੱਡੇ ਹੁੰਦੇ ਆ। ਉਹ ਵੱਡੇ ਹੀ ਹੁੰਦੇ, ਸਦਾ ਹੀ ਵੱਡੇ ਆ। ਇਹ ਨਹੀਂ ਕਿ ਹਜੇ ਉਹ ਛੋਟੇ ਆ, ਉਮਰ ਛੋਟੀ ਹੋ ਸਕਦੀ ਆ, ਸਤਿਗੁਰੂ ਸਦਾ ਹੀ ਵੱਡੇ ਆ। ਤੇ ਸਤਿਗੁਰੂ ਜੀ ਆਪਣੇ ਭਰਾ ਭਗਤ ਗੌਰਾ ਨਾਥ ਜੀ ਦੇ ਨਾਲ ਮਹਾਕੁੰਭ ਵਿੱਚ ਹਰਿਦੁਆਰ ਪਹੁੰਚੇ, ਤੇ ਉਸ ਸਮੇਂ ਆਪਣੀ ਸੰਪਰਦਾ ਦੇ ਪ੍ਰਧਾਨ ਜਿਹੜੇ ਸੀ, ਉਹ ਸੀ ਤ੍ਰਿਲੋਕੀਨਾਥ ਮਹਾਰਾਜ ਜੀ। ਸਟੇਜ ਲੱਗੀ ਆ ਮਹਾਂਪੁਰਖਾਂ ਦੀ, ਦੀਵਾਨ ਸਜਿਆ, ਹਰੇਕ ਹਾਜ਼ਰੀ ਭਰਦਾ, ਤੇ ਸਤਿਗੁਰੂ ਜੀ ਨੂੰ ਕਿਹਾ ਕਿ ਤੁਸੀਂ ਵੀ ਬੜਾ ਸੋਹਣਾ ਕੀਰਤਨ ਕਰਦੇ ਆ, ਭਗਵਾਨ ਵਾਲਮੀਕ ਮਹਾਰਾਜ ਜੀ ਦੀ ਵਡਿਆਈ ਬੜੀ ਸੋਹਣੀ ਕਰਦੇ ਆ, ਤੁਸੀਂ ਵੀ ਸੁਣਾਓ। ਤੇ ਸਤਿਗੁਰਾਂ ਨੇ ਇੱਕ ਤਾਰਾ ਫੜਿਆ, ਨੇਤਰ ਬੰਦ ਕੀਤੇ, ਭਗਤ ਗੌਰਾ ਨਾਥ ਜੀ ਨਾਲ ਤਬਲਾ ਵਜਾਉਣ ਲੱਗ ਪਏ, ਤੇ ਐਸੀ ਬਾਣੀ ਉਚਾਰਨ ਕੀਤੀ, ਐਸੇ ਸ਼ਬਦ ਗਾਇਨ ਕੀਤੇ, ਜਿੰਨੀ ਸੰਗਤ ਬੈਠੀ ਸੀ ਕਹਿੰਦੇ ਸਾਨੂੰ ਏਦਾਂ ਮਹਿਸੂਸ ਹੁੰਦਾ ਸੀ ਭਗਵਾਨ ਵਾਲਮੀਕ ਮਹਾਰਾਜ ਜੀ ਸਾਡੇ ਸਾਹਮਣੇ ਬੈਠੇ ਆ, ਤੇ ਅਸੀਂ ਉਹਨਾਂ ਦੇ ਚਰਨਾਂ 'ਚ ਬੈਠ ਕੇ ਆਨੰਦ ਮਾਣ ਰਹੇ ਹਾਂ। ਐਸਾ ਆਨੰਦ ਆਉਣਾ ਸ਼ੁਰੂ ਹੋ ਗਿਆ। ਇਹ ਪਤਾ ਕਿਉਂ ਆਉਂਦਾ? ਇੱਕ ਗੱਲ ਚੇਤੇ ਰੱਖ ਲਿਓ, ਮਹਾਂਪੁਰਖ ਦੱਸਦੇ ਹੁੰਦੇ ਸੀ, ਕਹਿੰਦੇ ਸੀ ਪਿਆਰਿਆ, ਜੇ ਤੇਰੇ ਕੋਲ ਨਾਮ ਦੀ ਤਾਕਤ ਆ, ਤੂੰ ਸੰਗਤ ਵਿੱਚ ਬੈਠ ਕੇ ਕੱਲਾ ਨਾਮ ਹੀ ਜਪਾਉਣਾ ਸ਼ੁਰੂ ਕਰ ਦੇਈਂ, ਸੰਗਤ ਨੇ ਕਹਿਣਾ ਬੜਾ ਆਨੰਦ ਆਇਆ। ਤੇ ਜੇ ਨਾਮ ਵੱਲੋਂ ਤੂੰ ਰੁੱਖਾ ਆ, ਨਾਮ ਵੱਲ ਜੁੜਿਆ ਹੀ ਨਹੀਂ, ਜਿੱਦਾਂ ਦਾ ਮਰਜੀ ਸੰਗੀਤ ਵਧੀਆ ਤੋਂ ਵਧੀਆ ਸੰਗਤ ਵਿੱਚ ਰੱਖ ਦੇਈਂ, ਕਹਿਣਾ ਲੱਗਦਾ ਤੇ ਵਧੀਆ ਸੀ, ਪਤਾ ਨਹੀਂ ਕੀ ਗੱਲ ਕਿਤੇ ਉਹ ਘਾਟ ਲੱਗਦੀ ਸੀ, ਉਹ ਗੱਲ ਨਹੀਂ ਬਣੀ ਜਿਹੜੀ ਬਣਨੀ ਚਾਹੀਦੀ ਸੀ। ਸਤਿਗੁਰੂ ਨਾਮ ਦੇ ਖਜ਼ਾਨੇ ਆ। ਜਦੋਂ ਕੀਰਤਨ ਕੀਤਾ, ਜਿਹੜੇ ਟੁੱਟੇ ਹੋਏ ਸੀ ਉਹ ਵੀ ਜੁੜ ਗਏ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਸਾਧੂ ਦਾ ਤੇ ਕਾਰਜ ਹੀ ਇਹ ਪਿਆਰਿਆ, ਟੁੱਟਿਆਂ ਹੋਇਆਂ ਨੂੰ ਸਾਧੂ ਰੱਬ ਨਾਲ ਜੋੜ, ਟੁੱਟਿਆਂ ਹੋਇਆਂ ਨੂੰ ਸਾਧੂ ਰੱਬ ਨਾਲ ਜੋੜ ਦੇ, ਟੁੱਟਿਆਂ ਹੋਇਆਂ ਨੂੰ ਸਾਧੂ ਰੱਬ ਨਾਲ ਜੋੜ, ਟੁੱਟਿਆਂ ਹੋਇਆਂ ਨੂੰ ਸਾਧੂ ਰੱਬ ਨਾਲ ਜੋੜ, ਟੁੱਟਿਆਂ ਹੋਇਆਂ ਨੂੰ ਸਾਧੂ ਰੱਬ ਨਾਲ ਜੋੜ ਦੇ, ਟੁੱਟਿਆਂ ਹੋਇਆਂ ਨੂੰ ਸਾਧੂ ਰੱਬ ਨਾਲ ਜੋੜ ਦੇ, 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 ਰੱਬ ਨਾਲ ਜੋੜ, ਰੱਬ ਨਾਲ ਜੋੜ
ਨਾਲ ਜੋੜ ਦੇ, ਰੱਬ 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 ਨਾਲ ਜੋੜ, ਰੱਬ ਨਾਲ ਜੋੜ ਦੇ, ਰੱਬ ਨਾਲ ਜੋੜ ਦੇ, ਰੱਬ ਨਾਲ ਜੋੜ ਦੇ, ਰੱਬ ਨਾਲ ਜੋੜ ਦੇ। ਹਾਂ ਟੁੱਟਿਆ ਹੋਇਆਂ ਨੂੰ ਸਾਧੂ ਰੱਬ ਨਾਲ ਜੋੜ, ਟੁੱਟਿਆ ਹੋਇਆਂ ਨੂੰ ਸਾਧੂ ਰੱਬ ਨਾਲ ਜੋੜ ਦੇ, ਟੁੱਟਿਆ ਹੋਇਆਂ ਨੂੰ ਸਾਧੂ ਰੱਬ ਨਾਲ ਜੋੜ, ਟੁੱਟਿਆ ਹੋਇਆਂ ਨੂੰ ਸਾਧੂ ਰੱਬ ਨਾਲ, ਟੁੱਟਿਆ ਹੋਇਆਂ ਨੂੰ ਸਾਧੂ ਰੱਬ ਨਾਲ ਜੋੜ ਦੇ, ਟੁੱਟਿਆ ਹੋਇਆਂ ਨੂੰ ਸਾਧੂ ਰੱਬ ਨਾਲ ਜੋੜ ਦੇ। ਹਾਂ ਐਸਾ ਆਨੰਦ ਬਣਿਆ, ਐਸਾ ਆਨੰਦ ਸੰਗਤ ਨੂੰ ਆਇਆ। ਤੇ ਜਿਹੜੇ ਪ੍ਰਧਾਨ ਬਾਬਾ ਤਰਲੋਕੀਨਾਥ ਮਹਾਰਾਜ ਜੀ ਸੀ, ਉਹ ਆ ਕੇ ਕਹਿਣ ਲੱਗੇ, ਮਹਾਂਪੁਰਖੋ ਅੱਜ ਐਸਾ ਆਨੰਦ ਬੰਨਿਆ ਅੱਜ ਤੱਕ ਨਹੀਂ ਮਿਲਿਆ। ਬੈਠ ਕੇ ਵਿਚਾਰਾਂ ਸ਼ੁਰੂ ਹੋ ਗਈਆਂ। ਹੁਣ ਵਿਚਾਰਾਂ ਕਰਦੇ ਕਰਦੇ ਕਹਿਣ ਲੱਗੇ, ਮਹਾਂਪੁਰਖੋ ਤੁਹਾਡਾ ਗੁਰੂ ਕੌਣ ਆ? ਸਤਿਗੁਰੂ ਗਿਆਨਨਾਥ ਮਹਾਰਾਜ ਜੀ ਨੇ ਪੁੱਛਿਆ, ਤੁਹਾਡਾ ਗੁਰੂ ਕੌਣ ਆ? ਕਹਿੰਦੇ ਜੀ ਮੇਰਾ ਗੁਰੂ ਉਹ ਆ ਜੋ ਸਾਰਿਆਂ ਦਾ ਹੈ। ਕਹਿੰਦੇ ਉਹ ਕੌਣ? ਕਹਿੰਦੇ ਸ੍ਰਿਸ਼ਟੀ ਕਰਤਾ ਦਇਆਵਾਨ ਭਗਵਾਨ ਵਾਲਮੀਕ ਮਹਾਰਾਜ ਜੀ। ਬਾਬਾ ਤਰਲੋਕੀਨਾਥ ਜੀ ਹੱਸ ਪਏ, ਮੁਸਕਰਾਏ, ਕਹਿੰਦੇ ਪਿਆਰਿਆ ਉਹ ਤੇ ਸਾਰਿਆਂ ਦੇ ਹੀ ਆ, ਉਹਨਾਂ ਨੂੰ ਮਿਲਾਉਣ ਵਾਸਤੇ ਵੀ ਕੋਈ ਗੁਰੂ ਬਣਾਇਆ ਕਿ ਨਹੀਂ? ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਆਪਾਂ ਉਹਨਾਂ ਤੱਕ ਪਹੁੰਚ ਸਕੀਏ, ਕਿਸੇ ਮਹਾਂਪੁਰਖਾਂ ਕੋਲੋਂ ਨਾਮ ਸ਼ਬਦ ਲਿਆ ਕਿ ਨਹੀਂ? ਹੁਣ ਕਈ ਵਚਨ ਐਸੇ ਹੁੰਦੇ ਜਿਹੜੇ ਸਾਨੂੰ ਟੁੰਬ ਜਾਂਦੇ ਆ, ਅੰਦਰ ਘਰ ਘਰ ਜਾਂਦੇ। ਕਈ ਵਚਨ ਐਸੇ ਹੁੰਦੇ। ਹੁਣ ਰਾਤ ਦਾ ਸਮਾਂ ਹੋਇਆ ਤੇ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਦੇ ਅੰਦਰ ਇੱਕ ਆਵਾਜ਼ ਗੂੰਜੀ ਜਾਂਦੀ ਹੈ, ਉਹ ਪਿਆਰਿਆ ਉਹ ਤੇ ਗੁਰੂ ਸਾਰਿਆਂ ਦੇ ਆ, ਭਗਵਾਨ ਵਾਲਮੀਕ ਮਹਾਰਾਜ ਜੀ। ਉਹਨਾਂ ਨੂੰ ਮਿਲਣ ਵਾਸਤੇ ਵੀ ਕੋਈ ਗੁਰੂ ਬਣਾਇਆ ਕਿ ਨਹੀਂ? ਦਿਨ ਚੜਿਆ ਤੇ ਸਤਿਗੁਰੂ ਆਪਣੇ ਭਰਾ ਬਾਬਾ ਗੌਰਵਨਾਥ ਜੀ ਨੂੰ ਕਹਿਣ ਲੱਗੇ, ਚੱਲ ਵੀ ਪਿਆਰਿਆ ਚੱਲੀਏ। ਕਹਿੰਦੇ ਕਿੱਥੇ? ਕਹਿੰਦੇ ਗੁਰੂ ਦੀ ਭਾਲ ਵਿੱਚ, ਗੁਰੂ ਦੀ ਭਾਲ ਵਿੱਚ ਚੱਲੀਏ। ਹੁਣ ਬੜੇ ਥਾਵਾਂ ਤੇ ਗਏ, ਅਯੋਧਿਆ ਵੀ ਗਏ, ਕਾਂਚੀ ਵੀ ਗਏ, ਬੜੇ ਥਾਂ ਤੇ ਘੁੰਮ ਫਿਰ ਕੇ ਦੇਖਿਆ। ਇਹ ਨਹੀਂ ਕਿ ਕਿਸੇ ਮਹਾਂਪੁਰਖਾਂ ਕੋਲ ਗਏ ਨਹੀਂ, ਸਾਰੇ ਸਤਿਕਾਰਯੋਗ ਆ, ਪਰ ਗੱਲ ਜੋ ਅੰਦਰਲੀ ਚਾਹੀਦੀ ਸੀ ਉਹ ਲੱਭ ਨਹੀਂ ਸੀ ਰਹੀ। ਇੱਕ ਇਨਸਾਨ ਦੇ ਅੰਦਰ ਹੁੰਦਾ ਨਾ, ਮੈਨੂੰ ਏਦਾਂ ਦਾ ਸਕੂਨ ਆਵੇ, ਫੇਰ ਪਤਾ ਲੱਗੇ ਕਿ ਹਾਂ ਆਹ ਗੁਰੂ, ਇੱਥੇ ਟਿਕ ਹੀ ਜਾਵਾਂ। ਆਪਾਂ ਕਹੀਦਾ ਨਾ ਅੰਧ ਵਿਸ਼ਵਾਸ, ਇੱਕ ਲਫ਼ਜ਼ ਬੜਾ ਸੁਣਿਆ ਨਾ, ਅੰਧ ਵਿਸ਼ਵਾਸ ਦਾ ਅਰਥ ਕੀ ਹੁੰਦਾ? ਵੀ ਅੰਨਾ ਵਿਸ਼ਵਾਸ ਕਰ ਲੈਣਾ। ਇੱਕ ਚੇਤੇ ਰੱਖਿਓ, ਅੰਧ ਵਿਸ਼ਵਾਸ ਡੋਬ ਵੀ ਦਿੰਦਾ ਤੇ ਤਾਰ ਵੀ ਦਿੰਦਾ। ਹੁਣ ਸੁਣਿਓ ਕਿੱਦਾਂ? ਜਿੱਥੇ ਵਿਸ਼ਵਾਸ ਅੰਧ ਵਿਸ਼ਵਾਸ ਕਰ ਲਿਆ, ਜੇ ਉਹਦਾ ਪਤਾ ਹੀ ਨਹੀਂ, ਡੁੱਬ ਵੀ ਸਕਦੇ ਆ। ਤੇ ਜਦੋਂ ਪਤਾ ਲੱਗ ਗਿਆ ਜਿੱਥੇ ਵਿਸ਼ਵਾਸ ਆ ਕਰਨ ਲੱਗਾ ਮੈਂ, ਉਹ ਹੈ ਹੀ ਪੂਰਾ, ਫਿਰ ਅੰਦਰ ਤਰਕ ਨਾ ਰਹਿ ਜਵੇ। ਜਦੋਂ ਪਤਾ ਲੱਗ ਗਿਆ ਹੈ ਪੂਰਾ, ਫਿਰ ਅੰਨਾ ਵਿਸ਼ਵਾਸ ਕਰ ਲਿਓ, ਉਹ ਅੰਧ ਵਿਸ਼ਵਾਸ ਨੇ ਤਾਰ ਵੀ ਦੇਣਾ, ਉਹ ਅੰਧ ਵਿਸ਼ਵਾਸ ਨੇ ਤਾਰ ਵੀ ਦੇਣਾ ਸਾਨੂੰ। ਜਦੋਂ ਪਤਾ ਲੱਗ ਗਿਆ ਕਿ ਆਹ ਗੁਰੂ ਮੇਰਾ ਹੈ ਹੀ ਪੂਰਾ, ਤੇ ਉਦਣ ਤੋਂ ਅੰਧ ਵਿਸ਼ਵਾਸ ਸ਼ੁਰੂ ਕਰ ਦਿਓ, ਭਾਵ ਕਿ ਅੰਨਾ ਹੀ ਵਿਸ਼ਵਾਸ ਕਰਨਾ। ਆਪਣੇ ਮਨ ਵਿੱਚ ਤਰਕ ਰਹਿ ਹੀ ਨਾ ਜਾਵੇ। ਭਗਵਾਨ ਵਾਲਮੀਕ ਮਹਾਰਾਜ ਜੀ, ਪਤਾ ਸਾਨੂੰ ਉਹਨਾਂ ਵਰਗੇ ਗੁਰੂ ਹੈ ਨਹੀਂ, ਪੂਰੇ ਗੁਰੂ ਆ। ਇੱਕ ਰੰਚਕ ਮਤਲਬ ਵੀ ਅਧੂਰਾ ਨਾ ਤੇ ਹੈ ਹੀ ਨਹੀਂ, ਹੈ ਹੀ ਪੂਰੇ ਆ।
ਫੇ ਅੰਧ ਵਿਸ਼ਵਾਸ ਕਰ ਲਈਏ। ਅੰਧ ਵਿਸ਼ਵਾਸ ਦਾ ਵੀ ਫਾਇਦਾ ਪਤਾ ਕੀ ਹੋਣਾ, ਆਪਣੇ ਅੰਦਰ ਤਰਕ ਨਹੀਂ ਆਉਣੀ, ਆਪਣੇ ਅੰਦਰ ਦੁਬਿਧਾ ਨਹੀਂ ਪੈਦਾ ਹੋ ਸਕਦੀ। ਹਾਂ, ਪਹਿਲਾ ਅੰਧ ਵਿਸ਼ਵਾਸ ਨਾ ਹੋਵੇ, ਪਤਾ ਲੱਗ ਜਾਵੇ ਕਿ ਆ ਪੂਰਾ ਜਿੱਥੇ ਮੈਂ ਟਿਕਣ ਲੱਗਾ, ਨਾਲ ਹੀ ਅੰਧ ਵਿਸ਼ਵਾਸ। ਤੇ ਜੇ ਬਹੁਤਾ ਧਿਆਨ ਦੇਣ ਲੱਗ ਪੈ ਨਾ, ਜੇ ਘਾਟ ਲੱਭਣੀ ਸ਼ੁਰੂ ਕਰਦੀ ਹੈ, ਕਹਿੰਦੇ ਫਿਰ ਤੇ ਰੱਬ ਵਿੱਚ ਵੀ ਬੰਦਾ ਕੱਢ ਦਿੰਦਾ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਇਹ ਤੇ ਰੱਬ ਵਿੱਚ ਵੀ ਕੱਢ ਦਿੰਦਾ। ਤੇ ਜਦੋਂ ਪੂਰੇ ਤੇ ਅੰਧ ਵਿਸ਼ਵਾਸ ਹੋ ਗਿਆ, ਅੰਨਾ ਵਿਸ਼ਵਾਸ ਹੋ ਗਿਆ, ਫਿਰ ਦੁਬਿਧਾ ਵੱਲ ਧਿਆਨ ਨਹੀਂ ਜਾਣਾ, ਫਿਰ ਤਰਕ ਵੱਲ ਧਿਆਨ ਨਹੀਂ ਜਾਣਾ, ਫਿਰ ਤੇ ਸ਼ਰਧਾ ਵੱਲ ਹੀ ਧਿਆਨ ਜਾਣਾ। ਤੇ ਜਦੋਂ ਸ਼ੰਕਾ ਪੈਦਾ ਹੋ ਗਿਆ, ਸ਼ਰਧਾ ਨਾਲ ਹੀ ਟੁੱਟ ਜਾਂਦੀ ਹੈ। ਵੀ ਚੇਤੇ ਰੱਖ ਲਿਆ, ਸਤਿਗੁਰੂ ਜੀ ਦੀ ਗੱਲ ਵੱਖਰੀ ਆ ਨਾ। ਆਪਾਂ ਦੁਨਿਆਵੀ ਰਿਸ਼ਤੇ ਦੇਖ ਲਈਏ, ਪਤੀ ਪਤਨੀ ਵਿੱਚ ਸ਼ੰਕਾ ਪੈਦਾ ਹੋ ਗਿਆ, ਰਿਸ਼ਤੇ ਟੁੱਟਣ ਦਾ ਡਰ ਹੁੰਦਾ, ਅੰਦਰਲਾ ਪਿਆਰ ਖਤਮ ਜਦੋਂ ਸ਼ੰਕਾ ਪੈਦਾ ਹੋ। ਤੇ ਜੇ ਸਤਿਗੁਰਾਂ ਪ੍ਰਤੀ ਸ਼ੰਕਾ ਪੈਦਾ ਹੋ ਗਿਆ, ਚੇਤੇ ਰੱਖਿਓ, ਉੱਪਰੋਂ ਭਾਵੇਂ ਕਹੀ ਚੱਲੀ ਤੁਸੀਂ ਮੇਰੇ ਸਤਿਗੁਰੂ ਆ, ਅੰਦਰਲਾ ਪਿਆਰ ਖਤਮ ਹੋ ਗਿਆ ਤੇਰਾ। ਤੂੰ ਤੇ ਸਤਿਗੁਰਾਂ ਤੇ ਤਰਕ ਕਰੀ ਜਾਂਦੀ, ਤੂੰ ਤੇ ਸਤਿਗੁਰਾਂ ਤੇ ਦੁਬਿਧਾ ਕਰੀ ਜਾਂਦੀ। ਹਾਂ, ਹੁਣ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਉਸ ਖੋਜ ਵਿੱਚ ਆ ਕਿ ਪੂਰਾ ਮਿਲੇ, ਪੂਰਾ ਲੱਭੇ। ਬੜੇ ਥਾਂ ਲੱਭੇ, ਨਹੀਂ ਗੱਲ ਬਣੀ। ਵਾਪਸ ਮਹਾਕੁੰਭ ਵਿੱਚ ਆ ਗਏ, ਕਿਉਂਕਿ ਜਿਹੜਾ ਕੁੰਭ ਹੁੰਦਾ ਹੈ ਘੱਟੋ ਘੱਟ 2 ਮਹੀਨੇ ਚੱਲਦਾ। ਫਿਰ ਬਾਬਾ ਤ੍ਰਿਲੋਕੀਨਾਥ ਜੀ ਨੂੰ ਆ ਕੇ ਕਿਹਾ, ਕਹਿੰਦੇ ਤੁਸੀਂ ਕਹਿੰਦੇ ਸੀ ਗੁਰੂ ਲੱਭੋ, ਬੜਾ ਭਾਲਿਆ ਪਰ ਲੱਭਿਆ ਨਹੀਂ ਕੋਈ, ਨਹੀਂ ਮਿਲੇ। ਕਹਿੰਦੇ ਮੇਰੇ ਗੁਰੂ ਦੇ ਚਰਨਾਂ ਵਿੱਚ ਵੀ ਗਏ ਕਿ ਨਹੀਂ? ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਮੇਰੇ ਸਤਿਗੁਰਾਂ ਕੋਲ ਗਏ? ਕਹਿੰਦੇ ਉਹ ਕੌਣ ਆ? ਕਹਿੰਦੇ ਉਹ ਆ ਸਤਿਗੁਰੂ ਮੁਨਸ਼ੀਨਾਥ ਮਹਾਰਾਜ, ਉਹਨਾਂ ਕੋਲ ਗਏ ਕਦੇ? ਕਹਿੰਦੇ ਵੀ ਉਹਨਾਂ ਵਿੱਚ ਵਿਲੱਖਣ ਕੀ ਆ? ਹੁਣ ਜਦੋਂ ਆਪਾਂ ਕਿਸੇ ਬਾਰੇ ਕੁਝ ਸੁਣੀਦਾ, ਫਿਰ ਹੌਲੀ ਹੌਲੀ ਸ਼ਰਧਾ ਬਣਦੀ ਆਪਣੇ ਅੰਦਰ। ਕੋਈ ਮਹਾਂਪੁਰਖ ਹੋਵੇ ਆਪਣੇ ਕੋਲ ਦੀ, ਭਾਵੇਂ 100 ਵਾਰੀ ਲੰਘ ਜਾਵੇ, ਉਹਨਾਂ ਬਾਰੇ ਜੇ ਪਤਾ ਹੀ ਨਹੀਂ ਤੇ ਸ਼ਰਧਾ ਨਹੀਂ ਬਣਨੀ। ਜਦੋਂ ਉਹਨਾਂ ਬਾਰੇ ਕਿਸੇ ਨੇ ਦੱਸਣਾ ਸ਼ੁਰੂ ਕੀਤਾ, ਆ ਜਿਹੜੇ ਮਹਾਂਪੁਰਖ ਤੇਰੇ ਕੋਲ ਦੀ ਵਾਰ-ਵਾਰ ਲੰਘੇ ਆ, ਇਹਨਾਂ ਤੇ ਇੰਨੀ ਕਿਰਪਾ ਆ, ਇਹਨਾਂ ਨੇ ਇੱਕ ਵਾਰੀ ਇਦਾਂ ਕੀਤਾ, ਇੱਕ ਵਾਰੀ ਇਦਾਂ ਹੀ ਕੀਤਾ, ਲੈ ਨਾਲ ਹੀ ਉਹਨਾਂ ਦੇ ਪ੍ਰਤੀ ਸ਼ਰਧਾ ਬਣਨੀ ਸ਼ੁਰੂ ਹੋ ਜਾਂਦੀ। ਫਿਰ ਜਦੋਂ ਲੰਘਣਗੇ ਨਾਲ ਹੀ ਸੀਸ ਝੁਕ ਜਾਣਾ, ਆਪਣਾ ਹੱਥ ਜੁੜ ਜਾਣੇ ਆਪਣੇ ਆਪ। ਉਹ ਕਹਿੰਦੇ ਪਿਆਰੇ ਆ ਜਿਹੜੇ ਮੇਰੇ ਸਤਿਗੁਰੂ ਮੁਨਸ਼ੀਨਾਥ ਮਹਾਰਾਜ ਜੀ ਆ। ਇੱਕ ਵਾਰੀ ਆਪਣੇ ਆਨੰਦ 'ਚ ਬੈਠੇ ਸੀ, ਇੱਕ ਸੁਭਾਗ ਜੋੜਾ ਆਇਆ, ਆ ਕੇ ਕਹਿਣ ਲੱਗਾ ਜੀ ਬੜਾ ਕੁਛ ਆ ਸਾਡੇ ਕੋਲ, ਬਹੁਤ ਕੁਛ, ਉਹਨੂੰ ਸਾਂਭਣ ਵਾਲਾ ਹੈ ਨਹੀਂ, ਉਹਨੂੰ ਸਾਂਭਣ ਵਾਲਾ ਕੋਈ ਹੈ ਨਹੀਂਗਾ ਜੀ। ਤੇ ਸਤਿਗੁਰੂ ਮੇਰੇ ਐਸੇ ਮਿਹਰਾਂ ਦੇ ਘਰ ਵਿੱਚ ਆਏ, ਬਾਬਾ ਤ੍ਰਿਲੋਕੀਨਾਥ ਜੀ ਕਹਿੰਦੇ ਮੇਰੇ ਸਤਿਗੁਰੂ ਐਸੇ ਮਿਹਰਾਂ ਦੇ ਘਰ ਵਿੱਚ ਆਏ, ਉਹਨਾਂ ਦੀ ਝੋਲੀ ਦੇ ਵਿੱਚ ਫਲ ਪਾਤਾ ਤੇ ਨਾਲ ਬਚਨ ਕਰ ਦਿੱਤਾ, ਤੁਹਾਡਾ ਉਹਨਾਂ ਨੇ ਕੀ ਸਾਂਭਣਾ, ਉਹਨਾਂ ਨੇ ਤੇ ਸਾਰੇ ਦੇਸ਼ ਨੂੰ ਸਾਂਭਣਾ। ਜਿਹਨੇ ਆਉਣਾ ਤੁਹਾਡੇ ਘਰ, ਉਹਨੇ ਸਾਰੇ ਦੇਸ਼ ਨੂੰ ਸਾਂਭਣਾ। ਇਤਿਹਾਸ ਪੜ੍ਹ ਕੇ ਦੇਖਿਓ, ਸਤਿਗੁਰੂ ਗਿਆਨਨਾਥ ਮਹਾਰਾਜ ਜੀ ਦਾ ਜਦੋਂ ਸਤਿਗੁਰੂ ਮੁਨਸ਼ੀਨਾਥ ਮਹਾਰਾਜ ਜੀ ਦੀ ਕਥਾ ਆਉਂਦੀ ਆ, ਫਿਰ ਦੱਸਿਆ ਜਾਂਦਾ, ਕਹਿੰਦੇ ਕਿ ਜਿਨ੍ਹਾਂ ਦੀ ਝੋਲੀ ਦੇ ਵਿੱਚ ਫਲ ਪਾਇਆ ਸੀ, ਉਹਨਾਂ ਦਾ ਪੁੱਤਰ ਕੌਣ ਸੀ? ਪੰਡਿਤ ਜਵਾਹਰ ਲਾਲ ਨਹਿਰੂ, ਦੇਸ਼ ਦਾ ਸਭ ਤੋਂ ਪਹਿਲਾ ਪ੍ਰਧਾਨ ਮੰਤਰੀ। ਉਹ ਸਤਿਗੁਰੂ ਮੁਨਸ਼ੀਨਾਥ ਮਹਾਰਾਜ ਜੀ ਦੇ ਬਚਨਾਂ ਦੇ ਨਾਲ ਹੋਇਆ। ਕੋ ਸਤਿਨਾਮ ਸ਼੍ਰੀ ਵਾਹਿਗੁਰੂ। ਭਾਵੇਂ ਚੰਦਰਮਾ ਨਾਸ਼ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ, ਭਾਵੇਂ ਚੰਦਰਮਾ ਨਾਸ਼ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ, ਭਾਵੇਂ ਚੰਦਰਮਾ ਨਾਸ਼ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ, ਭਾਵੇਂ ਚੰਦਰਮਾ ਨਾਸ਼ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ, ਭਾਵੇਂ ਚੰਦਰਮਾ ਨਾਸ਼ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ, ਭਾਵੇਂ ਚੰਦਰਮਾ ਨਾਸ਼ ਹੋ ਜਾਵੇ ਜੀ, ਸਾਧੂਆਂ ਦਾ ਬੋਲ ਨਾ ਟਲੇ।
ਹਾਂ ਸਾਧੂਆਂ ਦਾ ਜੀਵੋ ਬੋਲ ਨਾ ਟਲੇ ਸਾਧੂਆਂ ਦਾ ਜੀ ਹਾਂ ਬੋਲ ਨਾ ਟਲੇ ਸਾਧੂਆਂ ਦਾ ਜੀ 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 ਬੋਲ ਨਾ ਟਲੇ ਆ ਭਾਵੇਂ ਚੰਦਰਮਾ ਨਾਸ਼ ਹੋ ਜਾ ਸਾਧੂਆਂ ਦਾ ਬੋਲ ਨਾ ਟਲੇ ਭਾਵੇਂ ਚੰਦਰਮਾ ਨਾਸ਼ ਹੋ ਜਾਵੇ ਸਾਧੂਆਂ ਦਾ ਬੋਲ ਨਾ ਟਲੇ ਭਾਵੇਂ ਚੰਦਰਮਾ ਨਾਸ਼ ਹੋ ਜਾਵੇ ਸਾਧੂਆਂ ਦਾ ਬੋਲ ਨਾ ਟਲੇ ਭਾਵੇਂ ਚੰਦਰਮਾ ਨਾਸ਼ ਹੋ ਜਾਵੇ ਸਾਧੂਆਂ ਦਾ ਬੋਲ ਨਾ ਟਲੇ ਭਾਵੇਂ ਚੰਦਰਮਾ ਨਾਸ਼ ਹੋ ਜਾਵੇ ਸਾਧੂਆਂ ਦਾ ਬੋਲ ਨਾ ਟਲੇ ਭਾਵੇਂ ਚੰਦਰਮਾ ਨਾਸ਼ ਹੋ ਜਾਵੇ ਸਾਧੂਆਂ ਦਾ ਬੋਲ ਨਾ ਟਲੇ ਚੰਦਰਮੇ ਦਾ ਨਾਸ਼ ਹੋ ਸਕਦਾ ਸੂਰਜ ਦਾ ਨਾਸ਼ ਹੋ ਸਕਦਾ ਪਰ ਸਾਧੂ ਦੇ ਬਚਨ ਦਾ ਕਦੀ ਨਾਸ਼ ਨਹੀਂ ਹੋ ਸਕਦਾ ਇੱਕ ਸਾਧ ਬਚਨ ਅਟਲੱਦਾ ਅਟਲਿਆ ਬਚਨ ਸਾਧੂ ਦਾ ਕਹਿੰਦੇ ਐਸੇ ਆ ਮੇਰੇ ਸਤਿਗੁਰੂ ਪਿਆਰਿਆ ਹੈ ਕਿੱਥੇ ਉਦੋਂ ਤੇ ਵੰਡ ਨਹੀਂ ਸੀ ਹੋਈ ਪਾਕਿਸਤਾਨ ਭਾਰਤ ਇੱਕ ਹੀ ਸਭ ਕੁਝ ਸੀ ਦੁਗੱਜਾ ਪਿੰਡ ਆ ਪਿਆਰਿਆ ਉੱਥੇ ਪਹੁੰਚਣਾ ਪੈਣਾ ਹੈ ਤੇ ਉਹ ਸਭ ਥਾਂ ਤੇ ਆ ਉਹਨਾਂ ਦੀ ਸ਼ਰਨ ਪੈ ਜਾਣਾ ਤੇ ਉੱਥੇ ਪਹੁੰਚ ਕਰ ਲਈਆਂ ਤਿਆਰੀਆਂ ਜੋ ਸਤਿਗੁਰੂ ਮੁਨਸ਼ੀਨਾਥ ਮਹਾਰਾਜ ਜੀ ਦੇ ਚਰਨਾਂ ਵਿੱਚ ਗਏ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਪਿਆਰਿਓ ਅਸੀਂ ਆਪਣੇ ਵਾਸਤੇ ਕੋਈ ਚੀਜ਼ ਲੈਣੀ ਹੋਵੇ ਕੋਈ ਵਸਤੂ ਲੈਣੀ ਹੋਵੇ ਤੇ ਉਹਦੀ ਪਰਖ ਕਰੀਦੀ ਹੈ ਪਤਾ ਕਿਉਂ ਕਿਤੇ ਸਾਡੇ ਨਾਲ ਧੋਖਾ ਨਾ ਹੋ ਜਾਵੇ ਜਿਹੜੀ ਚੀਜ਼ ਖਰੀਦਣ ਲੱਗੇ ਆ ਮਾੜੀ ਨਾ ਆ ਜਾਵੇ ਕੱਪੜਾ ਵੀ ਲੈਣ ਜਾਈਏ ਉਹ ਖਿੱਚ ਖਿੱਚ ਕੇ ਦੇਖੀਦਾ ਕਿਤੇ ਛਿੱਜਦਾ ਤਾਂ ਨਹੀਂ ਕੱਪੜਾ ਮਾੜਾ ਤਾਂ ਨਹੀਂ ਕਿਤੇ ਤੇ ਬੁਰ ਤਾਂ ਨਾ ਜੀ ਥੋੜੇ ਚਿਰ ਬਾਅਦ ਦੇਖੀਦਾ ਨਾ ਕਿਉਂ ਇਹ ਦੇਖੀਦਾ ਉਹ ਅਸੀਂ ਆਪਣੇ ਵਾਸਤੇ ਲੈਣਾ ਸਤਿਗੁਰੂ ਜਦੋਂ ਆਪਣਾ ਬਣਾਉਂਦੇ ਆ ਉਹ ਵੀ ਦੇਖਦੇ ਆ ਕਿ ਮੇਰੇ ਬਣਨ ਦੇ ਯੋਗ ਹੈ ਸਤਿਗੁਰੂ ਮੁਨਸ਼ੀਨਾਥ ਮਹਾਰਾਜ ਜੀ ਨੇ ਜਦੋਂ ਮੇਰਾ ਦੀ ਨਿਗਾਹ ਨਾਲ ਤੱਕਿਆ ਪਤਾ ਲੱਗ ਗਿਆ ਇਹ ਤੇ ਉਹ ਅਕਾਲ ਪੁਰਖੋ ਭਗਵਾਨ ਆਪ ਆਏ ਮੈਨੂੰ ਤੇ ਸੁਭਾਗ ਦੇਣ ਲੱਗੇ ਆ ਮੈਨੂੰ ਵਡਭਾਗਾ ਬਣਾਉਣ ਲੱਗੇ ਆ ਕਿ ਮੈਨੂੰ ਸੁਭਾਗ ਮਿਲਣਾ ਇਹਨਾਂ ਦੇ ਗੁਰੂ ਬਣਨ ਦਾ ਪਰ ਜੋ ਮਰਿਆਦਾ ਆ ਉਹ ਨਿਭਾਈਏ ਕਹਿਣ ਲੱਗੇ ਹਾਂ ਪਿਆਰਿਆ ਇੱਥੇ ਕੀ ਲੈਣ ਆਇਆ ਕਹਿੰਦਾ ਜੀ ਤੁਹਾਡਾ ਬਣਨ ਵਾਸਤੇ ਆਇਆ ਹੋਰ ਬੜੇ ਆ ਉੱਥੇ ਜਾ ਕੇ ਉਹਨਾਂ ਦੀ ਸ਼ਰਨ ਵਿੱਚ ਚਲਿਆ ਜਾ ਕਹਿੰਦੇ ਜੀ ਹੈ ਤਾਂ ਬੜੇ ਦੇਖੇ ਵੀ ਬੜੇ ਪਰ ਕਰਾਂ ਕਿ ਤੁਹਾਡੇ ਵਰਗਾ ਨਹੀਂ ਮਿਲਿਆ ਬੜਿਆਂ ਦੇ ਕੋਲ ਗਿਆ ਜਿਨ੍ਹਾਂ ਦੇ ਬਚਨ ਸੁਣ ਕੇ ਵੀ ਉਹ ਆਨੰਦ ਨਹੀਂ ਆਇਆ ਤੁਹਾਡੇ ਦਰਸ਼ਨ ਕਰਕੇ ਉਦੋਂ ਜ਼ਿਆਦਾ ਆਨੰਦ ਮਿਲ ਗਿਆ ਜਿਹਦੇ ਕੋਲ ਨਾਮ ਦੀ ਤਾਕਤ ਆ ਉਹ ਬਚਨਾਂ ਦੀ ਤੇ ਗੱਲ ਲੱਗ ਗਿਆ ਉਹਨਾਂ ਦੇ ਚਰਨਾਂ ਵਿੱਚ ਬੈਠ ਕੇ ਉਹ ਆਨੰਦ ਆ ਜਾਂਦਾ ਜਿਹੜਾ ਕਦੀ ਮਿਲਿਆ ਹੀ ਨਹੀਂ ਉਹਨਾਂ ਦੇ ਚਰਨਾਂ 'ਚ ਬਹਿ ਕੇ ਉਹ ਆਨੰਦ ਮਿਲ ਜਾਂਦਾ ਕਹਿੰਦਾ ਜੀ ਬੜਿਆਂ ਕੋ ਗਿਆ ਕਹਿੰਦੇ ਵੀ ਉਹਨਾਂ ਦੇ ਚਰਨਾਂ ਵਿੱਚ ਰੁਕ ਜਾਣਾ ਸੀ ਕਹਿੰਦੇ ਕਰਾਂ ਕਿ ਤੁਹਾਡੇ ਵਰਗੇ ਨਹੀਂ ਸੀ ਸਾਧੂ ਬੜੇ ਵੇਖੇ ਨੇ ਮਿਲਿਆ ਨਹੀਂ ਤੇਰੇ ਵਰਗਾ ਸਾਧੂ ਬੜੇ ਵੇਖੇ ਨੇ ਮਿਲਿਆ ਨਹੀਂ ਤੇਰੇ ਵਰਗਾ ਸਾਧੂ ਬੜੇ ਵੇਖੇ ਨੇ ਮਿਲਿਆ ਤੇਰੇ ਵਰਗਾ ਸਾਧੂ ਬੜੇ ਵੇਖੇ ਨੇ ਮਿਲਿਆ ਨਹੀਂ ਤੇਰੇ ਵਰਗਾ ਸਾਧੂ ਬੜੇ ਵੇਖੇ ਨੇ ਮਿਲਿਆ
ਸਾਧੂ ਬੜੇ ਵੇਖੇ ਨੇ ਮਿਲਿਆ ਨੀ ਤੇਰੇ ਵਰਗਾ ਮਿਲਿਆ ਨਹੀਂ ਤੇਰੇ ਵਰਗਾ ਮਿਲਿਆ ਨਹੀਂ ਤੇਰੇ ਵਰਗਾ ਮਿਲਿਆ ਨਹੀਂ ਤੇਰੇ ਵਰਗਾ ਮਿਲਿਆ ਨਹੀਂ ਤੇਰੇ ਵਰਗਾ ਮਿਲਿਆ ਨੀ ਤੇਰੇ ਵਰਗਾ ਵਾਹ ਮਿਲਿਆ ਨੀ ਤੇਰੇ ਵਰਗਾ ਮਿਲਿਆ ਨੀ ਤੇਰੇ ਵਰਗਾ ਮਿਲਿਆ ਨੀ ਤੇਰੇ ਮਿਲਿਆ ਨੀ ਤੇਰੇ ਵਰਗਾ ਮਿਲਿਆ ਨੀ ਤੇਰੇ ਵਰਗਾ ਮਿਲਿਆ ਨੀ ਤੇਰੇ ਵਰਗਾ ਮਿਲਿਆ ਨੀ ਤੇਰੇ ਵਰਗਾ ਮਿਲਿਆ ਨਹੀਂ ਤੇਰੇ ਵਰਗਾ ਮਿਲਿਆ ਨਹੀਂ ਤੇਰੇ ਵਰਗਾ ਮਿਲਿਆ ਨਹੀਂ ਤੇਰੇ ਵਰਗਾ ਮਿਲਿਆ ਨਹੀਂ ਤੇਰੇ ਵਰਗਾ ਮਿਲਿਆ ਨੀ 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 ਤੇਰੇ ਮਿਲਿਆ ਨੀ ਤੇਰੇ ਵਰਗਾ ਮਿਲਿਆ ਨੀ ਤੇਰੇ ਵਰਗਾ ਸਾਧੂ ਬੜੇ ਵੇਖੇ ਨੇ ਮਿਲਿਆ ਨਹੀਂ ਤੇਰੇ ਵਰਗਾ ਸਾਧੂ ਬੜੇ ਵੇਖੇ ਨੇ ਮਿਲਿਆ ਨਹੀਂ ਤੇਰੇ ਵਰਗਾ ਸਾਧੂ ਬੜੇ ਵੇਖੇ ਨੇ ਮਿਲਿਆ ਨੀ 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 ਤੇਰੇ ਵਰਗਾ ਵਰਗਾ ਦੇਖੇ ਬੜੇ ਜੀ ਪਰ ਤੁਹਾਡੇ ਵਰਗੇ ਨੇ ਹੈ ਸਭ ਸਤਿਕਾਰਯੋਗ ਹੈ ਪਰ ਕਰਾਂ ਕੀ ਜੋ ਆਨੰਦ ਇੱਥੇ ਆਇਆ ਉਹ ਕਿਤੇ ਨਹੀਂ ਆਇਆ ਸਤਿਗੁਰੂ ਸ਼੍ਰੀ ਮੁਨਸ਼ੀ ਨਾਥ ਮਹਾਰਾਜ ਉਹਨਾਂ ਨੇ ਉਸ ਸਮੇਂ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਨੂੰ ਯੋਗ ਬਖਸ਼ਿਆ ਨਾਮ ਸ਼ਬਦ ਦੀਆਂ ਦਾਤਾਂ ਦਿੱਤੀਆਂ ਤੇ ਚੇਤੇ ਰੱਖਿਓ ਐਸੀ ਸਮਾਧੀ ਲੱਗੀ 12 ਸਾਲਾਂ ਬਾਅਦ ਨਿੱਤਰ ਖੁੱਲੇ 12 ਸਾਲ ਉੱਥੇ ਐਸੀ ਸਮਾਧੀ ਲੱਗੀ ਦੇਖੋ ਪੂਰੇ ਦੀ ਮਿਹਰ ਹੀ ਐਸੀ ਹੈ ਗੁਰੂ ਵੀ ਪੂਰਾ ਤੇ ਜਿਹੜਾ ਚੇਲਾ ਆਇਆ ਉਹ ਵੀ ਪੂਰਾ ਕਹਿੰਦੇ ਗੁਰੂ ਅਧੂਰਾ ਵੀ ਹੋਵੇ ਨਾ ਜੇ ਚੇਲਾ ਪੂਰਾ ਆ ਗੱਲ ਤਾਂ ਵੀ ਬਣ ਜਾਂਦੀ ਤੇ ਜਿੱਥੇ ਗੁਰੂ ਵੀ ਪੂਰਾ ਤੇ ਚੇਲਾ ਵੀ ਪੂਰਾ ਉੱਥੇ ਤੇ ਫਿਰ ਤਰਕ ਰਹਿ ਹੀ ਨਹੀਂ ਨਾ ਜਾਂਦੀ ਦੁਬਿਧਾ ਰਹਿ ਹੀ ਨਹੀਂ ਜਾਂਦੀ ਐਸਾ ਆਨੰਦ ਆਇਆ ਕਿ ਸਮਾਧੀ ਲੱਗੀ ਗੱਲ ਅਸਰ ਦੀ ਆ ਨਾ ਪਿਆਰੇ ਇੱਕ ਛੋਟੀ ਜੀ ਮੈਂ ਉਦਾਹਰਨ ਸਾਂਝੀ ਕਰਨੀ ਆ ਸਮਾਂ ਥੋੜਾ ਜਿਹਾ ਰਹਿ ਗਿਆ ਪਰ ਮੈਂ 5-7 ਮਿੰਟ ਉੱਪਰ ਲੈ ਜਾਣੇ ਸੁਣਿਓ ਵਪਾਰੀ ਵਪਾਰ ਕਰਦਾ ਹੁੰਦਾ ਸੀ ਧਿਆਨ ਨਾਲ ਸੁਣਿਓ ਕਿ ਸੁਣਨ ਵਿੱਚ ਫਰਕ ਕੀ ਆ ਆਪਾਂ ਬੈਠੇ ਸਾਰੇ ਆ ਸੁਣਦੇ ਸਾਰੇ ਆ ਫਰਕ ਕਿੰਨਾ ਹੁੰਦਾ ਵਪਾਰੀ ਜਿਹੜਾ ਵਪਾਰ ਕਰਕੇ ਵਿਹਲਾ ਹੋ ਗਿਆ ਇੱਕ ਰਾਹ ਤੇ ਦਰਖਤ ਦੀ ਛਾਵੇਂ ਬੈਠਾ ਉਹਨੇ ਮਨ ਵਿੱਚ ਸੋਚਿਆ ਕਹਿੰਦਾ ਵੀ ਹੁਣ ਸਾਰੇ ਕੰਮਾਂ ਤੋਂ ਮੁਕਤ ਹੋ ਗਿਆ ਵੀ ਜਿਹੜਾ ਮੈਂ ਕੰਮ ਕਰਨ ਆਇਆ ਸੀ ਉਹ ਨਿਬੜ ਗਿਆ ਸਾਰਾ ਤੇ ਹੁਣ ਇੱਥੇ ਸਾਹ ਲੈਣ ਮੈਂ ਥੋੜਾ ਜਿਹਾ ਆਨੰਦ ਵਿੱਚ ਬੈਠਾ ਉਹ ਬੈਠਾ ਆ ਤੇ ਸਾਹਮਣੇ ਉਹ ਸੰਗਤ ਲੰਘਦੀ ਆ ਉਸ ਰਾਹ ਦੇ ਵਿੱਚ ਬੜੀ ਸੰਗਤ ਜਾ ਰਹੀ ਇਹਨੇ ਪੁੱਛ ਲਿਆ ਕਹਿੰਦਾ ਪਿਆਰਿਓ ਇੱਧਰ ਕਿਤੇ ਮੇਲਾ ਆ ਕਹਿੰਦੇ ਨਹੀਂ ਤੁਸੀਂ ਇੰਨੇ ਜਾ ਕਿੱਥੇ ਰਹੇ ਆ ਕਹਿੰਦੀ ਆ ਨਾਲ ਦੇ ਪਿੰਡ ਇੱਕ ਮਹਾਂਪੁਰਖਾਂ ਦੀ ਕੁਟੀਆ ਆ ਉਹ ਕਥਾ ਬੜੀ ਸੋਹਣੀ ਕਰਦੇ ਸੀ ਰੋਜ਼ ਹੀ ਇਦਾਂ ਜਾਂਦੇ ਰੋਜ਼ ਹੀ ਉਹਨੇ ਫਿਰ ਸੋਚਿਆ ਕਹਿੰਦਾ ਵੀ ਜਿਹੜਾ ਮੈਂ ਵਪਾਰ ਕਰਨਾ ਸੀ ਉਹ ਤੇ ਕਰ ਹੀ ਲਿਆ ਸਾਰੀ ਉਮਰ ਵਪਾਰ ਵਿੱਚ ਹੀ ਲੰਘ ਗਈ ਅੱਜ ਸਤਸੰਗ ਮੈਂ ਵੀ ਨਾਲ ਹੀ ਕਰਿਆ ਮੈਂ ਵੀ ਸਤਸੰਗ ਕਰ ਹੀ ਆ ਅੱਛਾ ਉਹ ਸੰਗਤ ਦੇ ਨਾਲ ਉਹ ਵਪਾਰੀ ਵੀ ਤੁਰ ਪਿਆ ਹੁਣ ਉਹ ਵੀ ਵਿੱਚੇ ਬੈਠੇ ਸੀ ਜਿਹੜੇ ਰੋਜ਼ ਜਾਂਦੇ ਸੀ
ਵਪਾਰੀ ਪਹਿਲੇ ਦਿਨ ਗਿਆ, ਜਦੋਂ ਸੁਣਿਆ ਸਤਸੰਗ ਅਸਰ ਇੰਨਾ ਡੂੰਘਾ ਹੋਇਆ, ਉਹ ਕੁਟੀਆ ਦੇ ਨਾਲ ਹੀ ਜੰਗਲ ਸ਼ੁਰੂ ਹੋ ਜਾਂਦਾ ਸੀ, ਉਧਰ ਨੂੰ ਨਿਕਲ ਗਏ। ਉੱਥੇ ਭਗਤੀ ਕਰਨੀ, ਕੁਝ ਛਕਣ ਨੂੰ ਮਿਲਣਾ, ਉੱਥੋਂ ਫਲ ਉਹ ਛਕ ਲੈਣਾ, ਫਿਰ ਭਗਤੀ ਕਰਨੀ। 12 ਸਾਲਾਂ ਬਾਅਦ ਚੇਤਾ ਆਇਆ, ਮੈਂ ਤੇ ਵਪਾਰ ਕਰਨ ਆਇਆ ਸੀ, ਮੈਂ ਤੇ ਵਪਾਰ ਕਰਨ ਵਾਸਤੇ ਆਇਆ ਸੀ। ਹੁਣ ਵਾਪਸ ਉਸੇ ਹੀ ਰਾਹ ਤੇ ਫੇਰ ਆ ਕੇ ਬਹਿ ਗਏ। ਇੱਥੇ 12 ਸਾਲ ਪਹਿਲਾਂ ਬੈਠੇ ਸੀ, ਉੱਥੇ ਬੈਠੇ ਸੰਗਤ ਫੇਰ ਲੰਘਦੀ ਹੈ, ਸੁਣੋ ਸੁਣੋ ਧਿਆਨ ਨਾਲ। ਉੱਥੇ ਆ ਕੇ ਫੇਰ ਬੈਠ ਗਏ, ਸੰਗਤ ਫੇਰ ਜਾ ਰਹੀ ਆ। ਉਹ ਕਹਿੰਦੇ ਉਹ ਮੈਂ ਤੇ ਉਸੇ ਹੀ ਰਾਹ ਤੇ ਆ ਗਿਆ ਜਿੱਥੋਂ ਦੀ ਮੈਂ 12 ਸਾਲ ਪਹਿਲਾਂ ਵੀ ਇੱਥੇ ਬੈਠਾ ਸੀ, ਸਤਸੰਗ ਸੁਣਿਆ ਸੀ। ਫੇਰ ਪੁੱਛਿਆ ਵੀ ਕਿੱਥੇ ਜਾ ਰਹੇ? ਕਹਿੰਦੇ ਇੱਧਰ ਮਹਾਂਪੁਰਖਾਂ ਦੀ ਕੁਟੀਆ ਆ, ਰੋਜ਼ ਜਾਈਦਾ ਅਸੀਂ। ਇੱਕ ਨੂੰ ਪੁੱਛਿਆ ਵੀ ਤੈਨੂੰ ਕਿੰਨੇ ਸਾਲ ਹੋ ਗਏ ਜਾਂਦੇ ਨੂੰ? ਉਹ ਥੋੜਾ ਜਿਹਾ ਆਕੜ ਕੇ ਕਹਿੰਦਾ ਮੈਨੂੰ 6 ਸਾਲ ਹੋ ਗਏ ਜਾਂਦੇ ਨੂੰ, ਇੱਕ ਵੀ ਨਾਗਾ ਨਹੀਂ ਪਿਆ। ਦੂਸਰੇ ਨੂੰ ਪੁੱਛਿਆ ਵੀ ਤੈਨੂੰ ਕਿੰਨਾ ਚਿਰ ਹੋ ਗਿਆ ਜਾਂਦੇ ਨੂੰ? ਕਹਿੰਦਾ ਮੈਨੂੰ 12 ਸਾਲ ਹੋ ਗਏ ਜਾਂਦੇ। ਜਾਣੀ ਜਿੰਨੇ ਸਾਲ ਜ਼ਿਆਦੇ ਓਨਾ ਹੰਕਾਰ ਵੱਡਾ। ਆਪਾਂ ਸਤਿਗੁਰਾਂ ਦੇ ਚਰਨਾਂ 'ਚ ਰੋਜ਼ ਆਉਨੇ ਨਾ, ਇਹਦਾ ਅਰਥ ਇਹ ਆਪਣਾ ਹੰਕਾਰ ਖਤਮ ਹੀ ਹੋ ਜਾਵੇ। ਕਿਤੇ ਇਸ ਗੱਲ ਦਾ ਇੰਨਾ ਹੰਕਾਰ ਬਣਾ ਲਈਏ ਮੈਨੂੰ ਇੰਨੇ ਸਾਲ ਹੋ ਗਏ ਮੈਂ ਇੱਕ ਵੀ ਨਾਗਾ ਨਹੀਂ ਪਾਇਆ। ਇਹ ਹੰਕਾਰ ਨਾ ਬਣਾਈਏ, ਇੱਥੇ ਆ ਕੇ ਤੇ ਹੰਕਾਰ ਖਤਮ ਕਰਨਾ, ਕੱਢਣਾ ਅੰਦਰੋਂ ਹੰਕਾਰ ਖਤਮ ਕਰਨਾ। ਉਹ ਵਪਾਰੀ ਹੱਥ ਜੁੜ ਕੇ ਕਹਿਣ ਲੱਗਾ ਧੰਨਿਆ ਪਿਆਰਿਓ ਤੁਸੀਂ। ਉਹ ਹੁਣ ਸਾਰੇ ਇਕੱਠੇ ਹੋ ਗਏ ਵੀ ਸਾਡੀ ਵਡਿਆਈ ਕਰਨ ਲੱਗਾ। ਉਹ ਕਹਿੰਦੇ ਕਿਉਂ ਧੰਨ ਕਹਿੰਦਾ ਸਾਨੂੰ? ਕਹਿੰਦਾ ਕਿਸੇ ਨੂੰ 6 ਸਾਲ ਹੋ ਗਏ ਜਾਂਦੇ ਨੂੰ, ਕਿਸੇ ਨੂੰ 12 ਸਾਲ, ਕਿਸੇ ਨੂੰ 18 ਸਾਲ। ਉਹ ਅਸਰ ਹੈ ਹੀ ਨਹੀਂ। ਮੈਂ ਇੱਕ ਦਿਨ ਸੁਣਨ ਗਿਆ ਸੀ, ਕਹਿੰਦਾ 12 ਸਾਲਾਂ ਬਾਅਦ ਸੁਰਤ ਆਈ, ਮੈਂ ਤੇ ਵਪਾਰੀ ਆ। ਤੁਸੀਂ ਰੋਜ਼ ਹੀ ਜਾਂਦੇ ਆ, ਉੱਥੇ ਜਾਣ ਦੇ ਨਾਲ ਹੰਕਾਰ ਵਧਾ ਲਿਆ। ਜੋ ਮਹਾਂਪੁਰਖ ਬੋਲਦੇ ਸੀ ਉਹਨੂੰ ਗ੍ਰਹਿਣ ਹੀ ਨਹੀਂ ਕੀਤਾ। ਜੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਸਤਿਗੁਰਾਂ ਦੇ ਬਚਨਾਂ ਨੂੰ ਧਿਆਨ ਨਾਲ ਸੁਣਿਆ ਨਾ, ਤੇ ਚੇਤੇ ਰੱਖ ਲਿਓ ਗੁਰੂ ਘਰ ਆਉਣਾ ਹੀ ਹੰਕਾਰ ਬਣ ਜਾਣਾ। ਇੱਥੇ ਆ ਕੇ ਸਤਿਗੁਰਾਂ ਦੀ ਬਾਣੀ, ਭਗਵਾਨ ਵਾਲਮੀਕ ਮਹਾਰਾਜ ਦੇ ਬਚਨ ਸੁਣਨੇ ਬਹੁਤੇ ਜ਼ਰੂਰੀ ਹੈ। ਹੁਣ 12 ਸਾਲ ਸਮਾਧੀ ਲੱਗੀ, ਚੇਤੇ ਰੱਖਿਓ। ਸਤਿਗੁਰੂ ਗਿਆਨਨਾਥ ਮਹਾਰਾਜ ਜੀ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ, ਤੇ ਉਸ ਸਮਾਧੀ ਵਿੱਚ ਬੜੇ ਦੇਵੀ ਦੇਵਤੇ ਆਏ ਦਰਸ਼ਨ ਦੇਣ। ਖੋਲ ਬਈ ਸਮਾਧੀ, ਅਸੀਂ ਆ ਗਏ। ਕਹਿੰਦੇ ਹੈ ਸਤਿਕਾਰਯੋਗ ਆ ਪਰ ਤੁਹਾਡੀ ਲੋੜ ਨਹੀਂ। ਬੜੇ ਦੇਵੀ ਦੇਵਤੇ ਆਏ। ਨਹੀਂ ਪਿਆਰਿਓ ਮੈਨੂੰ ਤੁਹਾਡੀ ਲੋੜ ਨਹੀਂ। ਫਿਰ ਕਿਹਦੀ ਉਡੀਕ ਵਿੱਚ ਬੈਠੇ ਆ? ਕਹਿੰਦੇ ਜਿਹੜਾ ਤੁਹਾਨੂੰ ਵੀ ਬਣਾਉਣ ਵਾਲਾ ਭਗਵਾਨ ਵਾਲਮੀਕ ਮਹਾਰਾਜ, ਜਿਹਨੇ ਸਾਰੀ ਸ੍ਰਿਸ਼ਟੀ ਨੂੰ, ਸਾਰੇ ਬ੍ਰਹਿਮੰਡ ਨੂੰ ਸਾਜ ਦਿੱਤਾ, ਮੈਂ ਤੇ ਉਹਦੇ ਦਰਸ਼ਨ ਕਰਨੇ ਚਾਹੁੰਦਾ। ਇੱਥੇ ਆਪਾਂ ਇਹ ਨਹੀਂ ਕਹਿਣਾ ਕਿ ਤੁਸੀਂ ਹੈ ਹੀ ਕਿਸੇ ਕੰਮ, ਨਹੀਂ, ਤੁਸੀਂ ਵੀ ਸਤਿਕਾਰਯੋਗ ਆ, ਪਰ ਮੈਂ ਤੇ ਉਹ ਮਾਲਕ ਨੂੰ ਉਡੀਕਦਾ ਜਿਹਨੇ ਤੁਹਾਨੂੰ ਵੀ ਬਣਾਤਾ। 12 ਸਾਲ ਬਾਅਦ ਭਗਵਾਨ ਵਾਲਮੀਕ ਮਹਾਰਾਜ ਜੀ ਦਰਸ਼ਨ ਕਰੇ। ਚਰਨਾਂ ਤੇ ਢਹਿ ਪਏ ਸਤਿਗੁਰੂ ਗਿਆਨਨਾਥ ਮਹਾਰਾਜ। ਸਤਿਗੁਰੂ ਜੀ ਮਨ ਦੀ ਭਾਵਨਾ ਸੀ ਮੈਂ ਪ੍ਰਤੱਖ ਤੁਹਾਡੇ ਦਰਸ਼ਨ ਕਰਾਂ, ਅੱਜ ਹੋ ਗਏ। ਐਦੂ ਵੱਡਾ ਦਿਨ ਮੇਰੇ ਜੀਵਨ ਵਿੱਚ ਕੋਈ ਨਹੀਂ ਹੋ ਸਕਦਾ, ਕੋਈ ਨਹੀਂ ਹੋ ਸਕਦਾ। ਸਤਿਗੁਰੂ ਭਗਵਾਨ ਵਾਲਮੀਕ ਮਹਾਰਾਜ ਜੀ ਕਹਿਣ ਲੱਗੇ ਪਿਆਰਿਆ ਦੱਸ ਤੇਰੀ ਕੀ ਭਾਵਨਾ ਆ? ਜੋ ਮੰਗੇਗਾ ਉਹੋ ਹੀ ਮਿਲੂ, ਜੋ ਮੰਗੇਗਾ ਉਹੋ ਹੀ ਮਿਲੂ। ਹੱਥ ਜੋੜ ਕੇ ਕਹਿਣ ਲੱਗੇ ਮੇਰੇ ਸਤਿਗੁਰੂ, ਮੇਰੇ ਭਗਵਾਨ ਵਾਲਮੀਕ ਮਹਾਰਾਜ ਜੀ ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਿਆ, ਮੇਰੀ ਇੱਕ ਹੀ ਮੰਗ ਆ, ਜਿਆਦੀਆਂ ਮੰਗਾਂ ਨਹੀਂ। ਕਿਹੜੀ? ਤੁਹਾਡੇ ਦਰ ਘਰ ਦੀ ਸੇਵਾ ਚਾਹੀਦੀ ਮੈਨੂੰ, ਜਿੱਥੇ ਮੱਥਾ ਟੇਕਣਾ ਵੀ ਸਾਨੂੰ ਪ੍ਰਵਾਨ ਨਹੀਂ, ਜਿੱਥੇ ਮੱਥਾ ਟੇਕਣ ਵਾਸਤੇ ਵੀ ਸਾਨੂੰ ਅੰਦਰ ਜਾਣਾ ਵਰਜਿਤ ਆ, ਉਸ ਸਥਾਨ ਦੀ ਸੇਵਾ ਮੇਰੀ ਝੋਲੀ ਵਿੱਚ ਪਾ ਦਿਓ, ਕਿਰਪਾ ਕਰੋ। ਭਗਵਾਨ ਵਾਲਮੀਕ ਮਹਾਰਾਜ ਜੀ ਕਹਿੰਦੇ ਲੈ ਪਿਆਰਿਆ, ਉਹ ਸੇਵਾ ਹੁਣ ਤੇਰੀ ਝੋਲੀ ਵਿੱਚ ਪਾਤੀ, ਤੇ ਜਿਹੜਾ ਤੇਰੇ ਦਿਦਾਰੇ ਕਰੂ, ਤੇਰੇ ਬਚਨ ਸੁਣੂਗਾ, ਉਹਦਾ ਵੀ ਪਾਰ ਉਤਾਰਾ ਹੋ ਜਾਊ। ਹੁਣ ਐਸੇ ਬਚਨ ਕੀਤੇ ਕਿ ਇਹਨਾਂ ਨੇ
ਜਿਹੜੇ ਸਭ ਨੂੰ ਸਾਜਣ ਵਾਲੇ ਭਗਵਾਨ ਵਾਲਮੀਕ ਮਹਾਰਾਜ। ਲੈ ਪਿਆਰਿਆ, ਉਹ ਸੇਵਾ ਤੇਰੀ ਝੋਲੀ ਵਿੱਚ ਪਾਤੀ। ਭਰਦੇ ਨੇ ਝੋਲੀਆਂ ਐਸੇ ਨੇ ਸਤਿਗੁਰ ਮੇਰੇ, 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 ਭਰਦੇ ਨੇ ਝੋਲੀਆਂ ਐਸੇ ਸਤਿਗੁਰ ਮੇਰੇ, ਐਸੇ ਨੇ 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 ਸਤਿਗੁਰ ਹਾਂ, ਐਸੇ ਨੇ ਸਤਿਗੁਰ ਮੇਰੇ, ਐਸੇ ਨੇ ਸਤਿਗੁਰ ਮੇਰੇ, ਐਸੇ ਨੇ ਸਤਿਗੁਰ, ਐਸੇ ਨੇ ਸਤਿਗੁਰ ਮੇਰੇ, ਐਸੇ ਨੇ ਸਤਿਗੁਰ ਮੇਰੇ, ਐਸੇ ਨੇ ਸਤਿਗੁਰ ਮੇਰੇ, ਐਸੇ ਨੇ ਸਤਿਗੁਰ ਮੇਰੇ, ਐਸੇ ਨੇ ਸਤਿਗੁਰ ਹਾਂ, ਐਸੇ ਨੇ ਸਤਿਗੁਰ ਮੇਰੇ, ਐਸੇ ਨੇ ਸਤਿਗੁਰ ਮੇਰੇ, ਐਸੇ ਨੇ ਸਤਿਗੁਰ ਮੇਰੇ, ਐਸੇ ਨੇ ਸਤਿਗੁਰ ਹਾਂ, ਐਸੇ ਨੇ ਸਤਿਗੁਰ ਮੇਰੇ, ਐਸੇ ਨੇ ਸਤਿਗੁਰ ਮੇਰੇ, ਭਰਦੇ ਨੇ ਝੋਲੀਆਂ ਐਸੇ ਨੇ ਸਤਿਗੁਰ, ਭਰਦੇ ਨੇ ਝੋਲੀਆਂ ਐਸੇ ਨੇ ਸਤਿਗੁਰ ਮੇਰੇ, 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 ਭਰਦੇ ਨੇ ਝੋਲੀਆਂ ਐਸੇ ਨੇ ਸਤਿਗੁਰ ਮੇਰੇ। ਹੁਣ ਸਤਿਗੁਰੂ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਐਸਾ ਬਚਨ ਕੀਤਾ, ਲੈ ਪਿਆਰਿਆ, ਉਹ ਪੈ ਗਈ ਤੇਰੀ ਝੋਲੀ ਪੈਸੇ। ਹੁਣ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਨੂੰ 1942 ਦੇ ਲਗਭਗ ਸਤਿਗੁਰੂ ਮੁਨਸ਼ੀਨਾਥ ਜੀ ਨੇ ਕਹਿਤਾ ਹੀ, ਪਿਆਰਿਆ, ਉਹ ਸਮਾਂ ਆ ਗਿਆ ਜਿਹੜਾ ਬਚਨ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਕੀਤਾ ਸੀ, ਸੰਭੋ ਹੁਣ ਜਾ ਕੇ ਸੀ। ਉਸ ਸਮੇਂ ਫਿਰ ਸਭ ਤੋਂ ਪਹਿਲਾਂ ਧੂਣੇ ਵੱਲ ਦੇ ਪਾਸੇ ਆ ਕੇ ਪਹਿਲਾਂ ਸਤਿਗੁਰੂ ਜੀ ਬਿਰਾਜਮਾਨ ਹੋਏ, ਉਠਾਲ ਦਿੱਤਾ ਉੱਥੇ। ਸਤਿਗੁਰੂ ਜੀ ਸ਼ਾਂਤੀ ਸੁਭਾਅ ਦੇ, ਉਸ ਸਮੇਂ ਜਿਨ੍ਹਾਂ ਦੇ ਅੰਦਰ ਇਹ ਫਰਕ ਪਏ ਹੋਏ ਸੀ ਨਾ ਊਚ ਨੀਚ ਦੇ, ਤੁਸੀਂ ਨਹੀਂ ਇੱਥੇ ਬਹਿ ਸਕਦੇ, ਤੁਸੀਂ ਨੀਵੀਂ ਜਾਤ ਦੇ ਆ। ਤੇ ਜਿੱਧਰ ਸਤਿਗੁਰੂ ਜੀ ਦਾ ਤਪ ਸਥਾਨ ਹੈ ਨਾ ਹੁਣ ਸੁਸ਼ੋਭਿਤ, ਸਤਿਗੁਰੂ ਜੀ ਉੱਥੇ ਜਾ ਕੇ ਬਿਰਾਜਮਾਨ ਹੋਏ ਤੇ ਇਹਨਾਂ ਦੇ ਨਾਲ 4 ਸੇਵਾਦਾਰ ਆਏ ਸੀ ਤੇ ਉਹਨਾਂ ਨੂੰ ਬਚਨ ਕੀਤਾ, ਕਹਿੰਦੇ ਪਿਆਰਿਓ, ਇੱਥੇ ਕੱਖਾਂ ਦੀ ਕੁੱਲੀ ਬਣਾ ਲਓ, ਨਾਮ ਨਾਲ ਜੁੜਿਆ ਕਰੋ, ਅਸੀਂ ਆਪਣੇ ਆਨੰਦ ਵਿੱਚ ਬੈਠਣ ਲੱਗੇ ਆ ਤੇ ਹੁਣ ਨਵਾਂ ਕਾਰਜ ਉਦੋਂ ਆਰੰਭ ਕਰਾਂਗੇ ਜਦੋਂ ਇਸ ਸਮਾਧੀ ਵਿੱਚੋਂ ਉੱਠਾਂਗੇ। ਫਿਰ 12 ਸਾਲ ਇੱਥੇ ਸਤਿਗੁਰਾਂ ਨੇ ਸਮਾਧੀ ਲਾਈ। 12 ਸਾਲਾਂ ਬਾਅਦ ਜਦੋਂ ਨੇਤਰ ਖੋਲੇ ਤੇ ਉਸ ਸਮੇਂ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਇਸ ਪਾਵਨ ਪਵਿੱਤਰ ਅਸਥਾਨ ਦਾ ਨਵਾਂ ਨਿਰਮਾਣ ਆਰੰਭ ਕੀਤਾ, ਨੀਂਹ ਪੱਥਰ ਰੱਖਿਆ ਗਿਆ। ਤੇ ਉਹ ਐਸੀ ਭਗਤੀ ਦੀ ਤਾਕਤ ਸੀ ਸਤਿਗੁਰਾਂ ਦੇ ਕੋਲ,
ਲੈ ਮੁੜ ਕੇ ਕੋਈ ਅੜ ਨਹੀਂ ਸਕਿਆ। ਅੱਜ ਉਹਨਾਂ ਦੀ ਬਦੌਲਤ ਅਸੀਂ ਜਾ ਕੇ ਆਨੰਦ ਮਾਣ ਰਹੇ ਹਾਂ, ਨਹੀਂ ਤੇ ਮੱਥਾ ਟੇਕਣ ਵਾਸਤੇ ਵੀ ਸਾਨੂੰ ਅੰਦਰ ਪ੍ਰਵੇਸ਼ ਹੋਣਾ ਵਰਜਿਤ ਸੀ। ਪਿਆਰੇ ਜਿਹੜੇ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ, ਸਾਡੇ ਵਾਸਤੇ ਕਿੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਇਹ ਚੇਤੇ ਰੱਖਿਓ, ਕੁਰਬਾਨੀਆਂ ਦੀ ਕਦਰ ਕਰੀਏ। ਜੇ ਕਦਰ ਕਰ ਲਈ ਅਸੀਂ ਤੇ ਸਮਝ ਲਿਓ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ, ਸਾਡਾ ਸਫਲਾ ਹੋ ਗਿਆ। ਆਖੋ ਸਤਿਨਾਮ। ਆਓ ਆਖਰੀ ਧਾਰਨਾ ਲਾ ਕੇ ਫਿਰ ਸਮਾਪਤੀ ਕਰੀਏ। ਹੁਣ ਦੇਖੋ, ਆਪਣੇ ਘਰ ਕਈ ਤਰ੍ਹਾਂ ਦੇ ਪ੍ਰੋਗਰਾਮ ਆਉਂਦੇ ਆ, ਕਈ ਤਰ੍ਹਾਂ ਦੇ ਸਮਾਗਮ ਆਉਂਦੇ ਆ। ਅਸੀਂ ਦੁਨੀਆ ਨੂੰ ਬੜਾ ਖੁਸ਼ ਕਰੀਦਾ, ਰਿਸ਼ਤੇਦਾਰ ਸੱਜਣਾ ਮਿੱਤਰਾਂ। ਇੱਕ ਧਿਆਨ ਰੱਖਿਓ, ਆਪਣੇ ਅੰਦਰ ਇੱਕ ਭਾਵਨਾ ਬਣ ਜਵੇ ਕਿ ਸਤਿਗੁਰੂ ਜੀ ਸਾਡੇ ਲਈ ਬੜਾ ਕੁਝ ਤੁਸੀਂ ਕੀਤਾ ਤੇ ਕਰ ਰਹੇ ਆ ਤੇ ਕਰਦੇ ਰਹਿਣਾ ਆ। ਸਭ ਤੋਂ ਪਹਿਲਾਂ ਸਾਡਾ ਮਿਸ਼ਨ ਹੋਣਾ ਚਾਹੀਦਾ, ਸਾਨੂੰ ਖੁਸ਼ੀ ਤੁਹਾਡੀ ਚਾਹੀਦੀ, ਬਾਕੀਆਂ ਦੀ ਬਾਅਦ ਵਿੱਚ। ਇਹ ਚੇਤੇ ਰੱਖ ਲਿਓ, ਮਨ ਵਿੱਚ ਭੁਲੇਖਾ ਹੁੰਦਾ ਫਲਾਨਾ ਰਿਸ਼ਤੇਦਾਰ ਗੁੱਸੇ ਹੋ ਜੂਗਾ। ਜਦੋਂ ਸਤਿਗੁਰਾਂ ਦੀ ਖੁਸ਼ੀ ਲੱਭਣੀ ਸ਼ੁਰੂ ਕਰਤੀ, ਫਿਰ ਸਾਰੇ ਹੀ ਖੁਸ਼ ਆ। ਸਾਰੇ ਜਦ ਹੈ ਉਹਨਾਂ ਦੇ ਸਾਚੇ, ਉਹਨਾਂ ਦੇ ਅਧੀਨ, ਤੇ ਜਦੋਂ ਮੁੱਢ ਨੂੰ ਖੁਸ਼ ਕਰ ਲਿਆ, ਬਾਕੀ ਸਾਰੇ ਖੁਸ਼ ਆ। ਘਰ ਦੇ ਮਾਲਕ ਖੁਸ਼ ਹੋ ਗਿਆ ਨਾ, ਘਰ ਦਾ ਮਾਲਕ, ਤੇ ਬੱਚੇ ਆਪਣੇ ਆਪ ਹੀ ਖੁਸ਼ ਆ। ਮੁਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜ। ਮੁਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ। ਮੁਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ। ਮੁਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ। ਮੁਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ। ਮੁਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ। ਇੱਕ ਹੋਰ ਯਾਦ ਰੱਖਿਓ, ਛੋਟੀ ਜੀ ਗੱਲ ਹੈ, ਅਸੀਂ ਆਪਣੇ ਆਪ ਹੀ ਸਹੀ ਹੋ ਜਾਣਾ, ਸਤਿਗੁਰਾਂ ਦੀ ਖੁਸ਼ੀ ਲੱਭਣ ਲੱਗ ਜਾਣਾ। ਜਦੋਂ ਸਤਿਗੁਰੂ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਬਾਣੀ ਤੇ ਚੱਲਣਾ ਸ਼ੁਰੂ ਕਰਤਾ, ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ ਤੂੰ। 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 ਜੋ ਕੁਝ ਗੁਰਬਾਣੀ ਆਖੇ ਸੋਈ ਸੋਈ ਕਰਿਆ ਕਰ ਤੂੰ। ਜੋ ਕੁਝ ਗੁਰਬਾਣੀ ਆਖੇ ਸੋਈ ਸੋਈ ਕਰਿਆ ਕਰ ਤੂੰ। ਜੋ ਕੁਝ ਗੁਰਬਾਣੀ ਆਖੇ ਸੋਈ ਸੋਈ ਕਰਿਆ ਕਰ ਤੂੰ। ਜੋ ਕੁਝ ਗੁਰਬਾਣੀ ਆਖੇ ਸੋਈ ਸੋਈ ਕਰਿਆ ਕਰ ਤੂੰ। ਜੋ ਕੁਝ ਗੁਰਬਾਣੀ ਆਖੇ ਸੋਈ ਸੋਈ ਕਰਿਆ ਕਰ ਤੂੰ। ਜੋ ਕੁਝ ਗੁਰਬਾਣੀ ਆਖੇ ਸੋਈ ਸੋਈ ਕਰਿਆ ਕਰ ਤੂੰ। ਲੋਕੀ ਤੈਨੂੰ ਤੋੜਨਗੇ, ਸਤਿਗੁਰ ਵੱਲੋਂ ਮੋੜਨਗੇ। ਲੋਕੀ ਤੈਨੂੰ ਤੋੜਨਗੇ, ਸਤਿਗੁਰ ਵੱਲੋਂ ਮੋੜਨਗੇ। ਲੋਕੀ ਤੈਨੂੰ ਤੋੜਨਗੇ, ਸਤਿਗੁਰ ਵੱਲੋਂ ਮੋੜਨਗੇ। ਵੇਲਾ ਫਿਰ ਹੱਥ ਨਹੀਂ ਆਉਣਾ, ਆਲਸ ਨਾ ਕਰਿਆ ਕਰ। ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ ਤੂੰ। ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ ਤੂੰ। ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ ਤੂੰ। ਸਤਿਗੁਰ ਦੇ ਪਿਆਰਿਆ
ਮਰਨੋਂ ਨਾ ਡਰਿਆ ਕਰ ਤੂੰ ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ ਤੂੰ ਸੋ ਪਿਆਰਿਓ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਿਉਂਕਿ ਮੱਤ ਛੋਟੀ ਆ ਸਤਿਗੁਰੂ ਬਹੁਤੇ ਵੱਡੇ ਆ ਆਪਾਂ ਜੇ ਚਾਹੀਏ ਉਹਨਾਂ ਦਾ ਅੰਤ ਲੈਣਾ ਕਦੀ ਨਹੀਂ ਆ ਸਕਦਾ। ਆਪਾਂ ਆਰੰਭਤਾ ਵਿੱਚ ਵੀ ਗੱਲ ਕੀਤੀ ਸੀ ਇਹ ਆਪਾਂ ਸਿਰਫ ਵਿਚਾਰ ਕਰ ਸਕਦੇ ਸਤਿਗੁਰਾਂ ਦੀ ਜੀਵਨੀ ਦੀ। ਜੇ ਕਹੀਏ ਕਿ ਉਹਨਾਂ ਦੀ ਜੀਵਨੀ ਸਾਰੀ ਸੁਣਾ ਹੋ ਗਈ ਜਾਂ ਸੁਣਾ ਦਿਆਂਗੇ ਇਹ ਸਭ ਤੋਂ ਵੱਡਾ ਦੁਨੀਆ ਦਾ ਝੂਠ ਆ ਸਭ ਤੋਂ ਵੱਡਾ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ ਲੈਣ ਅੱਗੇ ਤੋਂ ਸਮਤ ਸੋਝੀ ਬਖਸ਼ਿਸ਼ ਕਰਨ ਜੀ। ਆਓ ਜਕਾਰੇ ਦੇ ਨਾਲ ਸਮਾਪਤੀ ਦੀ ਸਾਂਝ ਪਾਈਏ ਜੀ। ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ। ਸਾਧ ਸੰਗਤ ਕੀ ਜੈ। ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।